3 ਦਿਨਾਂ 'ਚ 72 ਘੰਟੇ 'ਚ ਕੋਈ ਮਾਮਲਾ ਦਰਜ ਨਹੀਂ ਹੋਏਗਾ, क्योंकि ਫਜੀਹਤ ਬੜੀ ਹੋਈ ਹੈ ਪੁਲਿਸ ਦੀ। ਚਾਹੀਦਾ ਜਿਨ੍ਹਾਂ ਨੂੰ ਉਹਨਾਂ ਤੇ ਐਕਸ਼ਨ ਲੈਣ ਜਿਨ੍ਹਾਂ ਬੁਕੀਆਂ ਦੇ ਗੈਂਗਸਟਰਾਂ ਦੇ ਲਾਇਸੈਂਸ ਬਣਾਏ ਆ, ਇਹ ਉਹਨਾਂ ਦੀ ਲੈਣ ਨੇ ਤੇ ਆਮ ਪਬਲਿਕ ਨੂੰ ਤੰਗ ਕਰਨਾ ਸ਼ੁਰੂ ਹੋ ਗਏ ਆ। ਮਾਮਲੇ ਤੇ ਦਰਜ ਕਰ ਲੈਂਦੀ ਹੈ ਵਿਜੀਲੈਂਸ ਜਾਂ ਏਜੰਸੀਆਂ ਕੋਈ ਵੀ, ਦੇਖਿਆ ਜਾਏ ਤੇ ਬਾਅਦ ਚੋਂ ਅਦਾਲਤਾਂ ਦੇ ਵਿੱਚ ਉਹ ਮਾਮਲੇ ਜਿਹੜੇ ਆ ਉਹ ਪ੍ਰੂਫ ਨਹੀਂ ਹੁੰਦੇ। ਏਜੰਸੀਆਂ ਦੀ ਜਿਹਨਾਂ ਪਹਿਲਾਂ ਜਿਹੜੀ ਨਾ ਸਾਖ ਬਹੁਤ ਵਧੀਆ ਸੀ, ਉਹ ਖਰਾਬ ਹੋ ਗਈ। ਸਾਰੀਆਂ ਪਾਰਟੀਆਂ ਇਹਨਾਂ ਨੂੰ ਆਪਣੇ ਫਾਇਦੇ ਲਈ ਵਰਤਦੀਆਂ। ਮਨੀਸ਼ ਸਿਸੋਦੀਆ ਡਿਪਟੀ ਸੀਐਮ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ 'ਚ ਤੇ ਸੀਬੀਆਈ ਨੇ ਚਾਰਜ ਸ਼ੀਟ ਦਾਖਲ ਕਰਤੀ ਹੈ ਤੇ ਕਹਿੰਦੇ ਵੀ ਮਨੀਸ਼ ਸਿਸੋਦੀਆ ਸਾਹਿਬ ਦਾ ਨਾਂ ਹੀ ਨਹੀਂ। ਤੇ ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਮੈਂ ਤੇ ਪਹਿਲੇ ਦਿਨੋਂ ਕਹਿਣ ਡਿਆ ਕਿ ਝੂਠਾ, ਉਹਦੇ ਕੋਲ ਤੇ ਕੁਛ ਹੈਗਾ ਹੀ ਨਹੀਂ, ਤੇ ਜੇ ਹੈਗਾ ਤੇ ਇਹਨਾਂ ਨਿਕਲਿਆ ਕਿਉਂ ਨਹੀਂ? ਜੇ ਇਹਨਾਂ ਨੂੰ ਇੰਨਾ ਕੁ ਵੀ ਲੱਭ ਪੈਂਦਾ ਨਾ ਤੇ ਇਹਨਾਂ ਚਾਰਜ ਸ਼ੀਟ 'ਚ ਨਾਂ ਦਾਖਲ ਕਰਦੇ। ਫਿਰ ਕੇਸੀ ਦੇਖੋ ਇਹ ਮਾੜੀ ਪੋਲਿਟਿਕਸ ਆ। ਜੇ ਤੁਹਾਨੂੰ ਕੁਛ ਲੱਭਦਾ ਹੀ ਨਹੀਂ ਤੇ ਫਿਰ ਉਹ ਤੇ ਕਿਉਂ ਐਫਆਈਆਰ ਦਾ? ਦੇਸ਼ ਵਿਦੇਸ਼ ਵਸਦੇ ਸਾਰੇ ਪੰਜਾਬੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਮੈਂ ਹਾਂ ਦੀਪਕ ਭੰਡਾਰੀ ਤੇ ਤੁਸੀਂ ਦੇਖ ਰਹੇ ਹੋ D4U ਨਿਊਜ਼। ਸਾਡੇ ਵਿਸ਼ੇਸ਼ ਪ੍ਰੋਗਰਾਮ ਖਰੀਆਂ 'ਚ ਤੁਹਾਡਾ ਸਵਾਗਤ ਹੈ। ਗੱਲਬਾਤ ਕਰਾਂਗੇ ਵੱਡੀਆਂ ਖਬਰਾਂ ਤੇ। ਗਨ ਕਲਚਰ ਨੂੰ ਲੈ ਕੇ ਸਰਕਾਰ ਖਾਸੀ ਸਖਤ ਹੋਈ ਹੈ, ਇੰਨੀ ਸਖਤ ਹੋਈ ਹੈ ਪੁਲਿਸ ਪ੍ਰਸ਼ਾਸਨ ਦੇ ਵਿੱਚ ਦੌੜ ਲੱਗ ਗਈ ਹੈ ਕਿ ਸਭ ਤੋਂ ਵੱਧ ਕੇਸ ਕੌਣ ਰਜਿਸਟਰ ਕਰਦਾ, ਤੇ ਇਸੇ ਦਾ ਹੀ ਕਹਿ ਲਓ ਕਿ ਇੱਕ ਇਸੇ ਜਲਦਬਾਜ਼ੀ 'ਚ ਇੱਕ 11 ਸਾਲਾਂ ਦੇ ਬੱਚੇ ਦੇ ਉੱਤੇ ਵੀ ਮਾਮਲਾ ਦਰਜ ਕਰ ਲਿੱਤਾ ਜਾਂਦਾ ਹੈ। ਹਾਲਾਂਕਿ ਪੁਲਿਸ ਇਹਦੇ ਤੇ ਮਾਫੀ ਮੰਗ ਲੈਂਦੀ ਹੈ, ਪਰ ਰੋਕਣਾ ਤੇ ਗੈਂਗਸਟਰਵਾਦ ਸੀ, ਰੋਕਣੀਆਂ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਸੀ, ਰੋਕਣੇ ਤੇ ਸੀ ਜਿਹੜੇ ਕਤਲ ਹੁੰਦੇ ਉਹ ਰੋਕਣੇ ਸੀ। ਕੀ ਸਰਕਾਰ ਜੋ ਇਹ ਕਰ ਰਹੀ ਹੈ ਉਹਦਾ ਉਹ ਸਹੀ ਟਰੈਕ ਤੇ ਜਾ ਰਹੀ ਹੈ ਨਹੀਂ, ਇੱਥੇ ਗੱਲਬਾਤ ਕਰਾਂਗੇ। ਅਗਲੀ ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਮੰਤਰੀ ਰਹਿ ਚੁੱਕੇ ਤੇ ਚੰਨੀ ਦੀ ਸਰਕਾਰ ਦੇ ਵਿੱਚ ਰਹਿ ਚੁੱਕੇ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੂੰ ਅੱਜ ਵਿਜੀਲੈਂਸ ਵੱਲੋਂ ਤਲਬ ਕੀਤਾ ਗਿਆ ਸੀਗਾ। ਉਹਨਾਂ ਦੇ ਆਰੋਪ ਹੈ ਕਿ ਉਹਨਾਂ ਨੇ ਆਪਣੀ ਇਨਕਮ ਤੋਂ ਵੱਧ ਜਿਹੜੇ ਹੈ ਉਹ ਐਸੈਟਸ ਬਣਾਏ ਹੈ, ਉਹ ਅੱਜ ਪੇਸ਼ ਹੋਏ ਨਹੀਂ ਵਿਜੀਲੈਂਸ ਤੇ। ਅਗਲੀ ਖਬਰ ਹੈ, ਤੁਹਾਨੂੰ ਯਾਦ ਹੋਣਾ ਹੈ ਕਿ ਸੀਬੀਆਈ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦੇ ਛਾਪੇ ਮਾਰਦੀ ਹੈ ਤੇ ਇਹ ਕਿਹਾ ਜਾਂਦਾ ਹੈ ਕਿ ਐਕਸਾਈਜ਼ ਪਾਲਿਸੀ ਬਣਾਉਣ ਦੇ ਵਿੱਚ ਕਰੀਬ 150 ਕਰੋੜ ਦੀ ਕਪਲੇਬਾਜ਼ੀ ਹੋਈ ਹੈ ਤੇ ਲੋਕ ਕੁਝ ਜਿਹੜੇ ਹੈ ਨਾ ਲੋਕ ਕੁਝ ਬਿਜ਼ਨਸਮੈਨ ਤੇ ਸ਼ਰਾਬ ਦੇ ਠੇਕੇਦਾਰਾਂ ਨੂੰ ਉਹਦਾ ਫਾਇਦਾ ਪਹੁੰਚਾਇਆ ਗਿਆ ਤੇ ਨੁਕਸਾਨ ਹੁੰਦਾ ਹੈ ਸਰਕਾਰ ਦਾ। ਹੁਣ ਸੀਬੀਆਈ ਨੇ ਚਾਰਜ ਸ਼ੀਟ ਦਾਖਲ ਕੀਤੀ ਹੈ, ਉਹਦੇ ਤੇ ਵੀ ਗੱਲਬਾਤ ਕਰਾਂਗੇ ਤੇ ਮਨੀਸ਼ ਸਿਸੋਦੀਆ ਦਾ ਨਾਂ ਹੀ ਨਹੀਂ ਉਹਦੇ 'ਚ। ਦਿੱਲੀ ਦੇ ਸਕੂਲਾਂ ਤੇ ਵੀ ਹੁਣ ਆਰੋਪ ਲੱਗ ਰਹੇ ਕਿ ਜਿਹੜੇ ਕਮਰੇ ਬਣਾਏ ਗਏ 1300 ਕਰੋੜ ਰੁਪਏ ਦਾ ਘਪਲਾ ਹੋਇਆ। ਕਿੰਨੀ ਸੱਚਾਈ ਹੈ? ਹੋਰ ਵੀ ਕਈ ਖਬਰਾਂ ਨੇ। ਚੀਫ ਜਸਟਿਸ ਆਫ ਇੰਡੀਆ ਤੇ ਸੈਂਟਰਲ ਮਿਨਿਸਟਰ ਕਿਰਨ ਰਿਜੀਜੂ ਇਹਨਾਂ ਨੇ ਵੀ ਇੱਕ ਦੂਜੇ ਤੇ ਤਲਖ ਟਿੱਪਣੀਆਂ ਕੀਤੀਆਂ ਨੇ। ਤੇ ਸਭ ਤੋਂ ਪਹਿਲੇ ਗੱਲ ਕਰਾਂਗੇ ਸੀ ਪੰਜਾਬ ਦੇ ਗਨ ਕਲਚਰ ਦੀ, ਤੇ ਸਾਡੇ ਨਾਲ ਨੇ ਹਮੇਸ਼ਾ ਤਰ੍ਹਾਂ ਸਾਡੇ ਐਕਸਪਰਟ ਰਕੇਸ਼ ਸ਼ਰਮਾ ਜੀ। ਨਮਸਕਾਰ ਜੀ, ਤੁਹਾਡਾ ਸਵਾਗਤ ਹੈ ਸ਼ਰਮਾ ਜੀ। ਧੰਨਵਾਦ ਜੀ। ਸ਼ਰਮਾ ਜੀ, ਸੋਸ਼ਲ ਮੀਡੀਆ ਤੇ ਗਨ ਕਲਚਰ ਪ੍ਰਮੋਟ ਹੋ ਰਿਹਾ, ਮਾਮਲੇ ਦਰਜ ਕਰ ਰਹੀ ਹੈ ਪੁਲਿਸ। ਹਾਲਾਂਕਿ ਇੱਕ ਬੱਚੇ ਤੇ ਮਾਮਲਾ ਦਰਜ ਹੋ ਜਾਂਦਾ ਹੈ, ਬੱਚੇ ਦੀ ਉਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਦੀ ਫੋਟੋ ਹੈ ਪੋਸਟ ਕੀਤੀ ਗਈ ਉਹ 2015 ਦੀ ਹੈ ਤੇ ਪੁਲਿਸ ਉਹਦੇ ਤੇ ਮਾਫੀ ਵੀ ਮੰਗ ਲੈਂਦੀ ਹੈ। ਤੇ ਕੀ ਵਾਕਈ ਪੁਲਿਸ ਦਾ ਕੰਮ ਇਹ ਸੀਗਾ ਵੀ ਜਿਹੜੇ ਸੋਸ਼ਲ ਮੀਡੀਆ ਤੇ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਆਪਣੀਆਂ ਪੋਸਟਾਂ ਪਾਉਂਦੇ ਉਹਨਾਂ ਤੇ ਮਾਮਲੇ ਦਰਜ ਕਰਨੇ ਹੈ, ਜਾਂ ਵਾਕਈ ਇਹ ਵੇਖਣਾ ਹੈ ਕਿ ਕਿੰਨਾ ਲੋਕਾਂ ਨੇ ਗਲਤ ਐਡਰੈਸ ਗਲਤ ਜਾਣਕਾਰੀਆਂ ਦੇ ਕੇ ਹਥਿਆਰ ਬਣਾਏ, ਲਾਇਸੈਂਸ ਬਣਾਏ ਤੇ ਕਿਹੜੇ ਗੈਂਗਸਟਰ ਨੇ ਜਾਂ ਕਿਹੜੇ ਕ੍ਰਿਮੀਨਲਸ ਨੇ, ਕਿਹਨਾਂ ਦੇ ਉੱਪਰ ਮਾਮਲੇ ਦਰਜ ਨੇ, ਉਹਨਾਂ ਦੇ ਜਿਹੜੇ ਹਥਿਆਰ ਉਹ ਜ਼ਬਤ ਕਰਨੇ ਨੇ? ਭੰਡਾਰੀ ਸਾਹਿਬ, ਮਕਸਦ ਤੇ ਸਰਕਾਰ ਦਾ ਇਹ ਹੀ 13 ਨਵੰਬਰ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਇੱਕ ਆਦੇਸ਼ ਜਾਰੀ ਕੀਤੇ ਸੀ ਵੀ ਜਿਹੜਾ ਬੰਦਾ ਗਨ ਕਲਚਰ ਨੂੰ ਪ੍ਰਮੋਟ ਕਰੂਗਾ, ਗਨਾਂ ਨੂੰ ਹੱਥਾਂ 'ਚ ਲੈ ਫੋਟੋਆਂ ਖਿਚਵਾਊਗਾ ਜੀ, ਜਾਂ ਗਨਾਂ ਦੇ ਉਹਦੇ ਉੱਤੇ ਗਾਣੇ ਲਿਖੇਗਾ, ਇਹੋ ਜਿਹੇ ਬੰਦਿਆਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜੀ। ਮਕਸਦ ਤੇ ਉਹਨਾਂ ਦਾ ਹੈਗਾ ਜਿਹੜੇ ਗੈਂਗਸਟਰ ਫੇਸਬੁੱਕਾਂ ਤੇ ਹਥਿਆਰਾਂ ਨਾਲ ਫੋਟੋਆਂ ਪਾਉਂਦੇ ਆ, ਗੁੰਡੇ ਮੁਆਲੀ ਸੱਟੇਬਾਜ਼, ਇਹਨਾਂ ਨੂੰ ਤੇ ਨਕੇਲ ਪਾਉਣ ਦਾ ਜੀ। ਪਰ ਪੁਲਿਸ ਜਿਹੜੀ ਆ ਹੁਣ ਗਲਤ ਟਰੈਕ ਤੇ ਚੱਲ ਪਈ ਆ, ਉਹਨਾਂ ਨੂੰ ਲੋਕਾਂ ਨੂੰ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਜੀ। ਹੁਣ ਕਈਆਂ ਨੇ ਇੰਸਟਾਗ੍ਰਾਮ ਤੇ ਵਿਚਾਰਿਆਂ ਫੋਟੋਆਂ ਕਿੰਨੇ ਖਿਡੌਣਾ ਪਿਸਤੌਲਾਂ ਨਾਲ ਪਤਾ ਪਾਈ ਹੁੰਦੀ ਹੈ, ਇੱਕ ਖਿਡੌਣਾ ਪਿਸਤੌਲ ਨਾਲ ਫੋਟੋ ਪਾਉਣ ਵਾਲੇ ਇੱਕ ਕਪਲ ਤੇ ਜਲੰਧਰ ਕੇਸ ਦਰਜ ਕਰਤਾ, ਖਿਡੌਣਾ ਪਿਸਤੌਲ ਨਾਲ ਗਾਣਾ ਕਰਨ ਦੇ ਹੁੰਦੇ ਆ। ਹੁਣ ਇੱਥੇ ਆ ਵੇਖੋ ਆ ਕੱਥੂ ਨੰਗਲ ਦੇ ਪੁਲਿਸ ਨੇ ਜਿੱਥੇ ਪੁਲਿਸ ਹਲਕਾ ਦਿਹਾਤੀ ਜਿਹੜਾ ਉਹਦੇ ਵਿੱਚ ਇੱਕ ਪਹਿਲਾਂ ਬੰਦੇ ਨੂੰ ਫੋਨ ਕੀਤਾ ਵੀ ਤੁਹਾਡੇ ਬੇਟੇ ਦੀ ਇੰਸਟਾਗ੍ਰਾਮ ਤੇ ਪਈ ਹਟਾ ਲਓ, ਤੇ ਉੱਥੇ ਕੇਸ ਵੀ ਰਜਿਸਟਰ ਕਰਤਾ। 11 ਸਾਲਾਂ ਦਾ ਬੱਚਾ ਜੇ ਤੇ 5-6 ਸਾਲ ਪਹਿਲਾਂ ਦੀ ਫੋਟੋ ਜਦੋਂ ਬੱਚਾ ਦਾ ਹੁਣ ਦੱਸੋ ਬੱਚਾ ਕੀ ਵਿਚਾਰਾ ਗਨ ਕਲਚਰ ਬੰਦੇ ਮਾਰ ਕੇ ਆਊਗਾ 11 ਸਾਲਾਂ ਦਾ? ਵੀ ਗਲਤ ਬੰਦੇ ਤੁਰ ਪਏ ਆ। ਕਈਆਂ ਨੂੰ ਹੁਣ ਇਹਨਾਂ ਨੂੰ ਕਿਹਾ ਸੀ ਵੀ ਜਿਹੜੇ ਆ ਗਲਤ ਪਦਿਆਂ ਦੇ ਲਾਇਸੈਂਸ ਬਣੇ ਉਹਦੀ ਤਸਦੀਕ ਕਰੋ, ਇਹ ਤਸਦੀਕ ਨਹੀਂ ਕਰਦੇ, ਇਹ ਆਪਣੇ ਕਿਸੇ ਅਫਸਰ ਦਾ ਹੁਕਮ ਨਹੀਂ ਮੰਨਦੇ। ਇਹ ਕੀ ਕਰਦੇ, ਫੋਨ ਤੇ ਫੋਨ ਕਰਦੇ ਆ, ਜਿਹਦਾ ਲਾਇਸੈਂਸ ਆ, ਜਿੱਦਾਂ ਮੇਰਾ ਲਾਇਸੈਂਸ ਆ, ਮੈਨੂੰ ਫੋਨ ਕਰਤਾ, ਹਾਂਜੀ ਤੁਹਾਡੇ ਕੋਲ ਬਾਊ ਜੀ ਕੀ ਅਸਲਾ,
ਆਹ ਅਸਲਾ ਹੈਗਾ ਜੀ ਮੇਰਾ, ਇਹ ਥਾਣੇ ਆ ਕੇ ਸਾਨੂੰ ਵਿਖਾ ਕੇ ਜਾਓ। ਉਹ ਤੁਹਾਨੂੰ ਅਸਲੇ ਦੀ ਤਸਦੀਕ ਕੀਤੀ ਆ, ਅਸਲਾ ਤੇ ਤੁਹਾਡੇ ਲਾਇਸੈਂਸੀ 'ਚ ਚੜਿਆ, ਅਸਲਾ ਤੇ ਉਹੀ ਹੋਊਗਾ। ਅਸਲਾ ਥੋੜਾ ਜਿਹਾ ਤੁਹਾਨੂੰ ਤਾਂ ਕਹੀ ਵੀ ਡਰੈਸ ਤਸਦੀਕ ਕਰੋ ਵੀ ਇਹ ਬੰਦਾ ਉੱਥੇ ਰਹਿੰਦਾ ਵੀ ਹੈ ਕਿ ਨਹੀਂ ਰਹਿੰਦਾ। ਇਹ ਆਪਣੇ ਥਾਣੇ 'ਚੋਂ ਬਾਹਰ ਨਹੀਂ ਨਿਕਲਦੇ, ਡੀਜੀਪੀ ਦੇ ਤੇ ਮੁੱਖ ਮੰਤਰੀ ਦੇ ਹੁਕਮਾਂ ਦੀ ਹੁਕਮਦੂਲੀ ਕਰਦੇ ਆ, ਹੁਕਮਾਂ ਨੂੰ ਨਹੀਂ ਮੰਨਦੇ, ਥਾਣੇ 'ਚ ਬੈਠੇ ਬੈਠੇ ਹੁਕਮ ਚਲਾਈ ਜਾਂਦੇ ਆ। ਮਤਲਬ ਕਿ ਜੀ ਇਹਦਾ ਤੇ ਇਹ ਹੋ ਗਿਆ ਨਾ ਜੀ ਵੀ ਖਾਨਾ ਪੂਰਤੀ ਕਰ ਰਹੇ ਹੈ। ਵੈਸੇ ਤੇ ਡੀਜੀਪੀ ਸਾਹਿਬ ਨੂੰ ਤੇ ਪੁਲਿਸ ਕਮਿਸ਼ਨਰ ਸਾਹਿਬ ਜਿਹੜੇ ਵੀ ਹੈ, ਜਿੰਨੇ ਵੀ ਜ਼ਿਲ੍ਹਿਆਂ ਦੇ ਐਸਐਸਪੀ ਨੇ, ਉਹਨਾਂ ਨੂੰ ਇਹ ਸਾਫ਼ ਕਰਨਾ ਚਾਹੀਦਾ ਵੀ ਜਿਹਦੇ ਕੋਲ ਲਾਇਸੈਂਸੀ ਕੋਈ ਵੈਪਨ ਹੈਗਾ ਉਹ ਆਪੇ ਲੈ ਕੇ ਥਾਣੇ ਆਊਗਾ, ਜਾਂ ਪੁਲਿਸ ਵਾਲੇ ਆਣਗੇ ਕਿ ਉਹ ਆ ਤੁਹਾਡੀ ਜਾਂਚ ਕਰਨਗੇ ਵਾਕਈ ਉਹ ਬੰਦਾ ਉੱਥੇ ਰਹਿੰਦਾ ਕੀ, ਵਾਕਈ ਉਹਦੇ ਕੋਲ ਹਥਿਆਰ ਹੈਗਾ। ਇਹ ਤੇ ਨਵਾਂ ਪਾਸਾ ਤੁਰ ਪਿਆ ਫੋਨ ਕਰ ਕਰਕੇ, ਜਿਵੇਂ ਤੁਸੀਂ ਕਿਹਾ, ਮੈਨੂੰ ਵੀ ਬਹੁਤ ਸਾਰੇ ਲੋਕਾਂ ਨੇ ਦੱਸਿਆ ਵੀ ਕਹਿੰਦੇ ਯਾਰ ਉਹ ਅਸੀਂ ਕਰੀਏ ਤੇ ਕਰੀਏ ਕੀ। ਇਹ ਪੁਲਿਸ ਵਾਲ ਨੂੰ ਕਮਿਸ਼ਨਰ ਸਾਹਿਬ ਨੂੰ ਪੁੱਛਦੇ ਹੋ ਵੀ ਕਾਨੂੰਨ ਕੀ ਕਹਿੰਦਾ ਹੈ। ਸਰਕਾਰ ਨੇ ਇਹ ਆਖਿਆ ਵੀ ਇਹਨਾਂ ਨੇ ਆਪਣਾ ਕੰਮ ਘਟਾ ਲਿਆ। ਲੋਕ ਵੈਸੇ ਤੁਹਾਨੂੰ ਪਤਾ ਥਾਣੇ ਜਾਣ ਤੋਂ ਥੋੜਾ ਘਬਰਾਉਂਦੇ ਆ। ਡਾਰੀ ਸਾਹਿਬ ਜਿੱਦਾਂ ਪੁਲਿਸ ਨੇ ਪਿੱਛੇ ਹੁਕਮ ਜਾਰੀ ਕੀਤਾ ਸੀ ਵੀ ਤੁਹਾਨੂੰ ਥਾਣੇ 'ਚ ਜਾਓਗੇ ਜੀ ਆਇਆਂ ਨੂੰ ਕਿਹਾ ਜਾਊਗਾ, ਜੀ ਕਿੱਧਰ ਆਏ ਹੋ। ਪਰਸੋਂ ਹੀ ਮੈਂ ਆਪਣੇ ਡਰੈਸ ਚੇਂਜ ਕਰਾਉਣਾ ਸੀ ਅਸਲੇ ਦਾ, ਮੈਂ ਡੀਸੀਪੀ ਆਫਿਸ ਤੇ ਲਾਂਡ ਆਰਡਰ ਗਿਆ। ਮੈਂ ਤੁਰੇ ਜਾਣ ਡਿਆ, ਇੱਕ ਇੱਧਰ ਬਨੇ ਟੇਬਲ ਤੇ ਦੋ ਬੈਠੇ ਵਾ, ਹਾਂ ਹਾਂਜੀ ਕਿੱਧਰ ਚੱਲਿਆ। ਮੈਂ ਕਿਹਾ ਯਾਰ ਤੁਹਾਡੇ ਤੇ ਡੀਜੀਪੀ ਸਾਹਿਬ ਨੇ ਦੇਸ਼ ਦਿੱਤੇ ਵੀ ਹਰ ਨੂੰ ਜੀ ਕਹਿ ਕੇ ਬੁਲਾਣਾ, ਤੇ ਤੁਸੀਂ ਉਹਨਾਂ ਦੇ ਹੁਕਮਾਂ ਦੀ ਰੁਲੀ ਕਰਨ ਦੇ, ਉਹਨਾਂ ਦੇ ਹੁਕਮ ਹੀ ਨਹੀਂ ਮੰਨਣ ਦੇ, ਕਿੱਧਰ ਚੱਲਿਆ। ਜਾਂ ਤੇ ਇੱਥੇ ਤੁਸੀਂ ਲਿਖ ਕੇ ਲਾਓ, ਇੱਕ ਬੋਰਡ ਲਾਓ ਲਿਖ ਕੇ ਵੀ ਜਿਹਨੇ ਐਂਟਰੀ ਕਰਾਣੀ ਆ ਜਾਂ ਜਿਹੜਾ ਸੰਤਰੀ ਆ ਜਿਹਨੇ ਅੰਦਰ ਜਾਣਾ ਪਹਿਲਾਂ ਇੱਥੇ ਐਂਟਰੀ ਕਰਾ ਕੇ ਜਾਵੇ। ਇਹ ਜੀ ਤੂੰ ਤੜਕ ਤੋਂ ਨਹੀਂ ਬਾਜ ਆ ਸਕਦੇ, ਨਹੀਂ ਵੀ ਤੂੰ ਤੜਕ ਕਰਦੇ ਆ। ਹੁਣ ਵੇਖੋ ਵੀ ਇਹਨਾਂ ਨੂੰ ਗਨ ਕਲਚਰ, ਇਹਨਾਂ ਨੂੰ ਤਾਂ ਵੇਖਣਾ ਵੀ ਗੈਂਗਸਟਰਾਂ ਦੇ ਲਾਇਸੈਂਸ ਕਿੰਨੇ ਬਣਾਏ ਜੀ, ਤਸਦੀਕ ਤੇ ਹੋਣੀ ਚਾਹੀਦੀ ਆ। ਬੁੱਕੀਆਂ ਦੇ ਲਾਇਸੈਂਸ ਕਿੰਨੇ ਬਣਾਏ, ਜਿਹੜੇ ਬੁੱਕ ਵਾਲੇ ਆ, ਜਿਹੜੇ ਇੱਥੇ ਡੀਸੀਪੀਆਂ ਨਾਲ ਬਹਿ ਕੇ ਫੋਟੋਆਂ ਖਿਚਾਉਂਦੇ ਆ, ਉਹਨਾਂ ਦੇ ਲਾਇਸੈਂਸ ਕਿੱਦਾਂ ਬਣੇ। ਜਿਨ੍ਹਾਂ ਦੇ 10 20 ਕੇਸ ਰਜਿਸਟਰਡ ਹੈਗੇ ਉਹਨਾਂ ਦੇ ਇਸ ਵਾਰ ਲਾਇਸੈਂਸ ਕਿੱਦਾਂ ਬਣੇ। ਉਹ ਚੀਜ਼ ਤੇ ਤਸਦੀਕ ਕਰਦੇ ਨਹੀਂ, ਆਮ ਸ਼ਹਿਰੀ ਨੂੰ ਤੰਗ ਕਰਨ ਲੱਗੇ। ਇਹ ਆਪਣੇ ਪੁਲਿਸ ਵਾਲਿਆਂ ਦੇ ਜਾਂ ਸਿਵਲ ਅਧਿਕਾਰੀਆਂ ਜਿਨ੍ਹਾਂ ਲਿਆ ਉਹਨਾਂ ਤੇ ਐਕਸ਼ਨ ਲੈਣਗੇ, ਜਿਨ੍ਹਾਂ ਨੇ ਉਹਨਾਂ ਦੇ ਲਾਇਸੈਂਸ ਤਸਦੀਕ ਕੀਤੇ, ਰਿਕਮੈਂਡ ਕੀਤੇ। ਚਾਹੀਦਾ ਜਿਨ੍ਹਾਂ ਨੂੰ ਉਹਨਾਂ ਤੇ ਐਕਸ਼ਨ ਲੈਣ ਜਿਨ੍ਹਾਂ ਬੁੱਕੀਆਂ ਦੇ ਗੈਂਗਸਟਰਾਂ ਦੇ ਲਾਇਸੈਂਸ ਬਣਾਏ ਆ। ਇਹ ਉਹਨਾਂ ਦੀ ਲੈਣ ਨੇ ਤੇ ਆਮ ਪਬਲਿਕ ਨੂੰ ਤੰਗ ਕਰਨਾ ਸ਼ੁਰੂ ਹੋ ਗਏ ਆ। ਆਪੇ ਕੋਈ ਸਵਾਸ਼ ਕਰੂਗਾ ਕਿ ਉਹਨਾਂ ਦੀ ਭਾਈ ਆਲੋ ਸੇਵਾ ਪਾਣੀ ਦੇ ਇੱਥੇ ਰਿਪੋਰਟ ਮੇਰੀ ਕਰ ਦਿਓ। ਜਿਹੋ ਜਿਹੀਆਂ ਰਿਪੋਰਟਾਂ ਪਹਿਲਾਂ ਕੀਤੀਆਂ ਉਹੋ ਜਿਹੀਆਂ ਰਿਪੋਰਟਾਂ ਭੰਡਾਰੀ ਸਾਹਿਬ ਇਹਨਾਂ ਨੇ ਹੁਣ ਕਰਨੀਆਂ ਜੀ। ਕੋਈ ਕੰਮ ਸੁਧਰਨਾ ਨਹੀਂ ਜੇ, ਜਾਂ ਤੇ ਐਕਸ਼ਨ ਲਓ। ਵੇਖੋ ਕਈ ਬੰਦਿਆਂ ਨੇ ਲੀਡਰਾਂ ਨੇ ਲਾਇਸੈਂਸ ਬਣਾਏ ਆ ਜੀ, ਗੈਂਗਸਟਰਾਂ ਦਾ ਜਿਹੜਾ ਲਾਇਸੈਂਸ ਦਿੱਤੇ ਆ ਜਾਂ ਬੁੱਕੀਆਂ ਦਿੱਤੇ ਆ, ਜਾਂ ਲੀਡਰ ਕਰਾਉਂਦੇ ਜਾਂ ਪੁਲਿਸ ਸਾਹਿਬ ਨੇ ਦੜੇ ਸੱਟੇ ਕਾਰੋਬਾਰੀਆਂ ਦੜੇ ਸੱਟੇ ਵਾਲਿਆਂ ਨੂੰ, ਤੇ ਉਹਨਾਂ ਕੋਲ ਸਨਮਾਨਿਤ ਵੀ ਹੁੰਦੇ ਦੜੇ ਸੱਟੀਆਂ ਬੁੱਕੀਆਂ ਕੋਲੋਂ ਪੁਲਿਸ ਅਫਸਰ। ਸਾਡੇ ਕੋਲ ਫੋਟੋਆਂ ਵੀ ਹੈਗੀਆਂ, ਜੇ ਕਿਤੇ ਪੁਲਿਸ ਕਮਿਸ਼ਨਰ ਸਾਹਿਬ ਕਹਿਣਗੇ ਵਿਖਾ ਦਾਂਗੇ, ਅਫਸਰ ਦਾ ਨਾਂ ਵੀ ਦੱਸ ਦਿਆਂਗੇ ਵੀ ਕਿਹੜਾ ਅਫਸਰ ਆ ਜਿਹੜਾ ਬੁੱਕੀਆਂ ਦੇ ਸੰਪਰਕ 'ਚ ਹੈਗਾ। ਪਿਛਲੇ ਤੇ ਪੁਲਿਸ ਕਮਿਸ਼ਨਰ ਸਾਹਿਬ ਨੇ ਪੁਲਿਸ ਲਾਈਨ 'ਚ ਇੱਕ ਮੀਟਿੰਗ ਲੈ ਕੇ ਕਹਿ ਦਿੱਤਾ ਸੀ ਵੀ ਜਿਹੜਾ ਦੜੇ ਸੱਟੇ ਬੁੱਕੀਆਂ ਨੂੰ ਗੈਂਗਸਟਰਾਂ ਨੂੰ ਪ੍ਰਮੋਟ ਕਰਦਾ ਮੈਨੂੰ ਮਿਲ ਗਿਆ, ਮੈਂ ਨਹੀਂ ਜੇ ਛੱਡਣਾ। ਮੈਨੂੰ ਇਹ ਵੀ ਪਤਾ ਵੱਡਾ ਅਫਸਰ ਬੁਲਾਉਣਾ ਕਿੱਦਾਂ ਜੇ, ਨਵੇਂ ਵਾਲੇ ਨੂੰ ਪਤਾ ਲੱਗ ਜੂ ਹੌਲੀ ਹੌਲੀ ਆਪੇ ਲੋਕੀ ਜਾ ਕੇ ਦੱਸ ਆਉਂਦੇ ਆ ਵੀ ਤੁਸੀਂ ਉਹ ਪੁਲਿਸ ਅਫਸਰਾਂ ਤੇ ਐਕਸ਼ਨ ਲਓ ਜਿਨ੍ਹਾਂ ਪੈਸੇ ਲੈ ਕੇ ਜਾਂ ਸਿਫਾਰਸ਼ਾਂ ਨਾਲ ਗਲਤ ਬੰਦਿਆਂ ਦੇ ਲਾਇਸੈਂਸ ਬਣਾਏ ਆ। ਆਮ ਪਬਲਿਕ ਨੂੰ ਪਰੇਸ਼ਾਨ ਨਾ ਕਰੋ, ਇਹ ਹੁਕਮ ਜਾਰੀ ਕਰੋ ਵੀ ਵਾਕਈ ਉਹਨਾਂ ਨੇ ਆ ਕੇ ਇੱਥੇ ਘਰ ਆ ਕੇ ਤੁਹਾਡਾ ਅਸਲਾ ਵੇਖ ਕੇ ਜਾਣਾ, ਪੁਲਿਸ ਵਾਲਿਆਂ ਨੇ ਤਸਦੀਕ ਕਰਕੇ ਡਰੈਸ ਜਾਣਾ ਕਿ 30 ਥਾਣੇ ਜਾ ਕੇ ਆਪ ਕਰਵਾ ਕੇ ਆਣਾ। ਉਹ 'ਚ ਡਰੈਸ ਕਿੱਦਾਂ ਤਸਦੀਕ ਹੋਊਗਾ ਜਦੋਂ ਤੁਸੀਂ ਥਾਣੇ ਚਲ ਗਏ, ਅਸਲਾ ਤੇ ਵਿਖਾਏ ਦੀ ਨਹੀਂ। ਅੱਗੋਂ ਦਲੀਲ ਕੀ ਦਿੰਦੇ ਆ ਪੁਲਿਸ ਵਾਲੇ ਵੀ ਤੁਹਾਡੀ ਵੀ ਤੁਸੀਂ ਵੀ ਜ਼ਿੰਮੇਦਾਰ ਸ਼ਹਿਰੀ ਬਣੋ, ਆਪਣੀ ਜ਼ਿੰਮੇਦਾਰ, ਪਰ ਤੁਸੀਂ ਜ਼ਿੰਮੇਦਾਰ ਪੁਲਿਸ ਵਾਲੇ ਨਾ ਬਣਿਓ। ਪੁਲਿਸ ਨਾ ਜ਼ਿੰਮੇਦਾਰ ਬਣੇ, ਸ਼ਹਿਰੀ ਜ਼ਿੰਮੇਦਾਰ ਬਣ ਜਾਣ। ਅਜੇ ਡੀਜੀਪੀ ਸਾਹਿਬ ਦਾ ਇੱਕ ਬਿਆਨ ਸੀ ਵੀ 60% ਕ੍ਰਾਈਮ ਜਿਹੜਾ ਲਾਇਸੈਂਸੀ ਵਾਲੋਂ ਨਾਲ ਹੁੰਦਾ, ਲਾਇਸੈਂਸੀ ਅਸਲੇ ਨਾਲ ਹੁੰਦਾ। ਵੀ ਜੇ ਲਾਇਸੈਂਸੀ ਅਸਲਾ ਹੁੰਦਾ ਲਾਇਸੈਂਸ ਤੁਹਾਡੀ ਪੁਲਿਸ ਨੇ ਬਣਾਏ ਆ, ਕਿੰਨੇ ਬਣਾਏ ਆ? ਵੀ ਉਹ ਰੱਦ ਕਰੋ। ਪੁਲਿਸ ਦੀ ਰਿਕਮੈਂਡੇਸ਼ਨ ਤੇ ਹੀ ਜੇ ਡੀਸੀ ਵੀ ਜਾਰੀ ਕਰਦਾ ਤੇ ਪੁਲਿਸ ਦੀ ਰਿਕਮੈਂਡੇਸ਼ਨ ਤੇ ਕਰਦਾ, ਜਾਂ ਕੋਈ ਲੀਡਰ ਦੀ ਰਿਕਮੈਂਡੇਸ਼ਨ ਹੁੰਦੇ ਆ। ਇੱਥੇ ਤੇ ਇਹ ਕਿਸੇ ਦਾ ਟਾਈਮ ਤੇ ਵੀ ਸਰਕਾਰ ਦੇ ਹੀ ਵੇਖੇ ਵੀ ਲਿਸਟਾਂ ਜਾਂਦੀਆਂ ਹੁੰਦੀਆਂ ਸੀ ਐਮਐਲਏ ਮੰਤਰੀ ਦੇ ਘਰੋਂ, ਤੇ ਲਾਇਸੈਂਸ ਬਣ ਕੇ ਉੱਥੇ ਆਉਂਦੇ ਤੇ ਉਹ ਆਪਣੇ ਘਰੋਂ ਉਹਨਾਂ ਨੂੰ ਬੰਦਿਆਂ ਨੂੰ ਦਿੰਦੇ ਸੀ ਕਿ ਤੇਰਾ ਲਾਇਸੈਂਸ ਮੈਂ ਬਣਾਇਆ। ਅਨਿਲ ਕੇ ਜੀ ਤੇ ਵੀ ਬੜਾ ਆਰੋਪ ਹਮੇਸ਼ਾ ਲੱਗਦੇ ਰਹੇ ਵੀ ਕੁਝ ਗਨ ਜਿਹੜੇ ਹਾਊਸਿਸ ਹੈ ਉਹਨਾਂ ਦਾ ਨੈਕਸਸ ਬਣਿਆ ਕੁਝ ਪੁਲਿਸ ਵਾਲਿਆਂ ਨਾਲ, ਜਾਂ ਜਿਹੜੇ ਉੱਥੇ ਅਸਲੇ ਦਾ ਲਾਇਸੈਂਸ ਬਣਾਉਂਦੇ ਨੇ ਤੇ ਮੋਟੇ ਪੈਸੇ ਲੈ ਜਾਂਦੇ ਨੇ ਲਾਇਸੈਂਸ ਬਣਾਉਣ ਦੇ। ਇਹ ਸਾਰੇ ਦੇ ਸਾਰੇ ਵਾਕਈ ਨਾਲ ਇਹ ਵੀ ਵਾਕਈ ਇੱਕ ਕਿਹੜੇ ਇੱਕ ਤੁਹਾਨੂੰ ਯਾਦ ਹੋਣਾ ਕਿ ਇੱਕ ਪਿੱਛੇ ਜੇ ਅਸੀਂ ਵੀ ਪ੍ਰੋਗਰਾਮ ਕੀਤਾ ਸੀਗਾ, ਇੱਕ ਪੁਲਿਸ ਅਫਸਰ ਸੀ ਵੱਡੇ, ਉਹਨਾਂ ਦੇ ਘਰ ਦੇ ਐਡਰੈਸ ਦੇ ਉੱਤੇ ਜਿਹੜੇ ਹੈ ਕਿ ਕਈ ਲਾਇਸੈਂਸ ਬਣ ਗਏ ਵੀ ਕੀ ਉਹਨਾਂ ਤੇ ਕੋਈ ਕਾਰਵਾਈ ਹੋਗੀ ਜਾਂ ਜਨਤਾ ਨੂੰ ਹੀ। ਪਰ ਇਹਨਾਂ ਨੂੰ ਦੇਖੋ, ਸਾਡੀ ਫੇਰ ਬੇਨਤੀ ਆ ਸਰਕਾਰ ਨੂੰ ਵੀ ਕੰਮ ਤੇ ਹੈਗਾ ਵੀ ਜੇਲ੍ਹਾਂ 'ਚ ਜਿਹੜਾ ਅਪਰਾਧ ਬਹਿ ਕੇ ਅਪਰਾਧੀ ਕਰ ਰਹੇ ਨੇ ਉਹਨਾਂ ਨੂੰ ਰੋਕਣਾ ਤਾਂ ਕਿ ਆਮ ਜਨਤਾ ਨੂੰ ਰਾਹਤ ਮਿਲੇ। ਵੀ ਤੁਸੀਂ ਇੱਕ ਪੈਮਾਨਾ ਕੀ ਹਥਿਆਰ ਰੱਖਣ ਦਾ ਇਹ ਵੀ ਵੇਖਣਾ ਚਾਹੀਦਾ ਵੀ ਤੁਸੀਂ ਤੇ ਬਾਅਦ ਚੋਂ ਪਰਚਾ ਦਰਜ ਕਰਕੇ ਬੱਚੇ ਤੇ ਵੀ ਮੂੰਹ ਹੱਥ ਹਿਲਾ ਦਿੰਦੇ ਨੇ ਵੀ ਸਾਡਾ ਕੋਈ ਗਲਤੀ ਹੋ ਗਈ, ਪਰ ਜਿਹਦੇ ਤੇ ਪਰਚਾ ਦਰਜ ਹੋ ਜਾਂਦਾ ਬੱਚੇ ਤੇ ਕਿੰਨੀ ਨਮੋਸ਼ੀ ਹੁੰਦੀ ਉਹਦੀ, ਮਾਨਸਿਕ ਤਪੀੜਾ ਹੁੰਦੀ ਆ। ਭੰਡਾਰੀ ਸਾਹਿਬ ਫੀਸਾਂ ਇਹਨਾਂ ਨੇ ਏਡੀਆਂ ਵਧਾਤੀਆਂ। ਜਦੋਂ ਅਸੀਂ ਲਾਇਸੈਂਸ ਬਣਾਇਆ ਸੀ 88 'ਚ ਮੇਰਾ ਬਣਿਆ ਸੀ,
6 ਰੁਪਏ ਤੇ 12 ਰੁਪਏ ਫੀਸ ਹੁੰਦੀ ਸੀ ਹਾਂ ਤੇ ਹੁਣ ਤੇ 6-6 8-8 ਹਜ਼ਾਰ ਫੀਸ ਰਹੇ ਤੇ ਫਿਰ ਤੀ ਥਾਣਿਓਂ ਨਿਕਲ ਕੇ ਤਸਦੀਕ ਨਹੀਂ ਕਰ ਸਕਦੇ। ਅਸੀਂ ਕੋਈ ਡਰੈਸ ਚੇਂਜ ਕਰਾਉਣਾ ਨਾ, ਉਹਦੀ ਵੀ ਫੀਸ ਰੱਖਤੀ ਫਿਰ ਇਹਨਾਂ ਨੇ 700 ਰੁਪਏ ਮੈਂ ਫਿਰ ਭਰ ਕੇ ਆ। ਨਿੱਕੇ ਨਿੱਕੇ ਕੰਮ ਦੀ ਤੇ ਨਾ ਫੀਸ ਕਈ ਗੁਣਾ ਕਰਤੀ ਆ ਤੇ ਪੁਲਿਸ ਲੋਕਾਂ ਨੂੰ ਤੁਸੀਂ ਸਹੂਲਤ ਕੀ ਦੇ ਰਹੇ ਜੇ? ਤੁਹਾਡਾ ਕੋਈ ਜਾ ਕੇ ਰਾਜੀ ਨਹੀਂ, ਜਿੰਨੇ 4 ਸਿਫਾਰਿਸ਼ਾਂ ਨਾ ਹੁਣ ਮੈਂ ਕਰਾਉਂਗਾ ਤਸਦੀਕ ਕਰਨੀ ਕਿਸੇ ਨੇ ਡਰੈਸ ਮੇਰੇ ਘਰ ਆਣਾ। ਕਹਿੰਦੀ ਇਹਦੇ ਨਾਲ ਇਹ ਗੱਲ ਹੈ ਕਿ ਹੁਣ ਵੈਸੇ ਤੇ ਹੁਣ ਇੱਕ ਨਵਾਂ ਹੀ ਹੁਣੇ ਬਿਆਨ ਜਾਰੀ ਕੀਤਾ ਹੈ ਡੀਜੀਪੀ ਨਾਲ ਭਗਵੰਤ ਮਾਨ ਹੋਣਾ ਦੇ ਆਦੇਸ਼ ਨੇ ਵੀ ਉਹਨਾਂ ਨੇ ਕਿਹਾ ਵੀ ਜਿਹੜਾ ਗਨ ਕਲਚਰ ਪ੍ਰਮੋਟ ਕਰ ਰਿਹਾ ਸੋਸ਼ਲ ਮੀਡੀਆ ਤੇ ਉਹਦੀ ਪੋਸਟ ਢਾਲ ਦਿਓ 3 ਦਿਨਾਂ 'ਚ 72 ਘੰਟੇ 'ਚ ਕੋਈ ਮਾਮਲਾ ਦਰਜ ਨਹੀਂ ਹੋਏਗਾ ਕਿਉਂਕਿ ਫਜੀਹਤ ਬੜੀ ਹੋਈ ਹੈ ਪੁਲਿਸ ਦੀ ਵੀ ਬੱਚੇ ਦੇ ਮਾਮਲਾ ਜਿਹੜਾ ਦਰਜ ਕਰਤਾ ਵੀ 5 ਸਾਲ ਦਾ ਬੱਚਾ ਹੈ ਉਹਨੂੰ ਦੇਖ ਨਹੀਂ ਰਿਹਾ। ਇਹ ਭਾਜੀ ਹੋੜ ਲੱਗ ਗਈ ਆ ਵੀ ਮੈਂ ਜ਼ਿਆਦਾ ਕੀਤਾ ਜੇ ਕੰਮ ਤੁਹਾਡੇ ਦੇਸ਼ ਤੇ ਮੈਂ ਜ਼ਿਆਦਾ ਕੀਤਾ ਜੇ ਇਹਦੀ ਹੋੜਬਾਜੀ ਇਹ ਮਾਰਨ ਦੀ ਆ। ਇਦਾਂ ਝੂਠੇ ਵੈਸੇ ਪੈਸੇ ਦੇ ਲੱਗ ਜਾਂਦੇ ਵੈਸੇ ਤੇ ਹਥਿਆਰਾਂ ਤੇ ਦਾ ਪਹਿਲਾਂ ਨਹੀਂ ਇਹਨੂੰ ਦੇਖਦਾ ਗੱਲ ਕੱਚਰ। ਵੈਸੇ ਤੇ ਹਥਿਆਰਾਂ ਦਾ ਰਕੇਸ਼ ਜੀ ਪ੍ਰਦਰਸ਼ਨ ਨਹੀਂ ਹੋਣਾ ਚਾਹੀਦਾ ਕਿਉਂਕਿ ਗੋਲੀ ਕਿਸੇ ਦਾ ਲਿਹਾਜ਼ ਨਹੀਂ ਕਰਦੀ। ਉਹਨੇ ਨਹੀਂ ਵੇਖਣਾ ਵੀ ਕੌਣ ਹੈ ਅੱਗੇ ਕੌਣ ਨਹੀਂ, ਤੁਹਾਡੇ ਪਰਿਵਾਰ ਦਾ ਹੈ ਜਾਂ ਤੁਹਾਡਾ ਵਿਰੋਧੀ ਹੈ। ਇਸ ਕਰਕੇ ਉਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ। ਪਰ ਉਹ ਪੁਲਿਸ ਵਾਲੇ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ, ਜਿਹੜੇ ਲੋਕਾਂ ਨੂੰ ਫੋਨ ਕਰਕੇ ਕਹਿੰਦੇ ਨੇ ਵੀ ਆਪਣਾ ਅਸਲਾ ਲੈ ਕੇ ਤੇ ਸਾਡੇ ਕੋਲ ਥਾਣੇ ਆਓ ਤੇ ਤਸਦੀਕ ਕਰਾ ਕੇ ਜਾਓ, ਜਾਂ ਫਿਰ ਡੀਜੀਪੀ ਸਾਹਿਬ ਤੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਆਦੇਸ਼ ਜਾਰੀ ਕਰ ਦੇਣ ਵੀ ਲੋਕ ਆਪਣਾ ਲਾਇਸੈਂਸ ਲੈ ਕੇ ਜਾਣ ਤੇ ਥਾਣੇ ਜਾ ਕੇ ਚੈੱਕ ਕਰਾ ਕੇ ਆਣ ਤੇ ਉੱਥੋਂ ਇੱਕ ਰਸੀਦ ਵੀ ਲੈ ਕੇ ਆਉਣ। ਇਦਾਂ ਇਹ ਭੰਡਾਰੀ ਸਾਹਿਬ ਡਰੈਸ ਕਿੱਦਾਂ ਤਸਦੀਕ ਹੋਊਗਾ? ਫਿਰ ਮੈਂ ਤੁਹਾਨੂੰ ਉਹ ਗੱਲ ਕਹਿਣ ਡਿਆ ਇਹ ਤੇ ਇਹ ਲੱਭਣ ਦੇ ਵੀ ਜਿਨ੍ਹਾਂ ਨੇ ਗਲਤ ਡਰੈਸਾਂ ਦੇ ਅਸਲਾ ਬਣਾਇਆ ਉਹਨਾਂ ਦਾ ਇਹਨਾਂ ਦੇ ਮਤਲਬ ਸਰਕਾਰ ਦੀ ਮਨਸ਼ਾ ਕੋਸ਼ਿਸ਼ ਹੀ ਇਹ ਐਗਜ਼ੀਕਿਊਟ ਨੂੰ ਗਲਤ ਤਰੀਕੇ ਨਾਲ ਕਰ ਰਹੇ ਆ। ਵੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਨਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਸਾਡੀ ਬੇਨਤੀ ਆ, ਡੀਸੀ ਸਾਹਿਬ ਨੂੰ ਸਾਡੀ ਬੇਨਤੀ ਆ ਵੀ ਇਹਨਾਂ ਨੂੰ ਸਹੀ ਡਾਇਰੈਕਸ਼ਨਾਂ ਦੇਣ ਵੀ ਕੰਮ ਕਰਨਾ ਇਹਨਾਂ ਨੇ ਕੀ, ਇਹਨਾਂ ਤੇ ਇਹ ਨਹੀਂ ਪਤਾ ਸੀ ਕੰਮ ਕਰਨਾ ਕੀ ਆ। ਤਾਂ ਜਿੱਦਾਂ ਤੁਹਾਨੂੰ ਦੱਸਿਆ ਵੀ ਡੀਜੀਪੀ ਸਾਹਿਬ ਨੇ ਕਿਹਾ ਵੀ ਤੂੰ ਧੜਕਣਾ ਨਹੀਂ ਕਿਸੇ ਨਾਲ ਬੋਲਣਾ, ਅਜੇ ਪਰਸੋਂ ਹੀ ਮੰਨਾ ਹੋਇਆ ਜਿਹਾ ਕੰਮ। ਕਿ ਜੀ ਸਾਬਕਾ ਉਪ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਰਕਾਰ 'ਚ ਰਹੇ ਨੇ, ਦਿੱਗਜ ਨੇਤਾ ਮੰਨੇ ਜਾਂਦੇ ਨੇ ਕਾਂਗਰਸ ਦੇ, ਬਹੁਤ ਵਾਰੀ ਜਿੱਤੇ ਨੇ। ਉਹਨਾਂ ਨੂੰ ਵਿਜੀਲੈਂਸ ਨੇ ਬੁਲਾਇਆ ਸੀ, ਇਹ ਆਰੋਪ ਹੈ ਉਹਨਾਂ ਤੇ ਵੀ ਡਿਸਪ੍ਰੋਪੋਰਸ਼ਨੇਟ ਐਸੈਟਸ ਜਿਹੜੇ ਉਹਨਾਂ ਨੇ ਬਣਾਏ ਹੈ ਤੇ ਅੱਜ ਉਹ ਕਹਿੰਦੇ ਵੀ ਪੇਸ਼ ਨਹੀਂ ਹੋਏ। ਭੰਡਾਰੀ ਸਾਹਿਬ ਠੀਕ ਆ, ਇਹ ਹੈਗੇ ਆ ਚੰਨੀ ਸਰਕਾਰ 'ਚ ਡਿਪਟੀ ਚੀਫ ਮਿਨਿਸਟਰ ਹੈ ਓਪੀ ਸੋਨੀ ਜੀ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਰਾਜਨੀਤੀ ਦੇ ਪਿਛਮ ਪਤਾਮਾ ਵੀ ਕਿਹਾ ਜਾਂਦਾ ਨਾ ਜੀ, ਜਿੱਤੇ ਸਭ ਤੋਂ ਵੱਧ ਵਾਰ ਹੈਗੇ ਯਾਰ ਕਿ ਡਾਕਟਰ ਅਜੇ ਗੁਪਤਾ ਕੋ ਆ ਰਹੇ ਆ। ਇਹਨਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪ ਦੇ ਵਿੱਚ ਵਿਜੀਲੈਂਸ ਨੇ ਤਲਬ ਕੀਤਾ ਹੈ ਜੀ ਪੁੱਛਗਿੱਛ ਵਾਸਤੇ। ਤੁਹਾਨੂੰ ਪਤਾ ਵੀ ਇਦਾਂ ਹੀ ਅੱਜ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ ਜੀ ਨੂੰ ਹੋਇਆ, ਸੁੰਦਰ ਸ਼ਾਮ ਅਰੋੜਾ ਨੂੰ ਹੋਇਆ, ਸੰਗਤ ਸਿੰਘ ਗਿਲਜੀਆ ਦੇ ਹੋਇਆ, ਹੁਣ ਚੌਥੇ ਇਹਨਾਂ ਦੀ ਵਾਰੀ ਆ ਗਈ ਜੀ। ਅੱਜ ਇਹਨਾਂ ਨੇ ਕਿਹਾ ਵੀ ਮੇਰੀ ਸਿਹਤ ਨਹੀਂ ਠੀਕ, ਇਸ ਕਰਕੇ ਮੈਂ ਆ ਨਹੀਂ ਸਕਦਾ ਤੇ ਮੈਨੂੰ ਅਗਲੀ ਡੇਟ ਦਿੱਤੀ ਜਾਵੇ ਜੀ। ਅੱਜ ਇਹ ਵਿਜੀਲੈਂਸ ਕੋਲ ਪੇਸ਼ ਨਹੀਂ ਹੋਏ, ਅਲਟੀਮੇਟ ਤੇ ਪੇਸ਼ ਹੋਣਾ ਹੀ ਪੈਣਾ, ਸੱਚਾਈ ਦੱਸਣੀ ਪੈਣੀ ਆ ਜੀ। ਸੱਚਾਈ ਜਦੋਂ ਇਹ ਆਪਣਾ ਜਵਾਬ ਦੇਣਗੇ ਉਸ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਊਗੀ ਵਾਕਈ ਇਹਨਾਂ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਆ ਤੇ ਜਾਂ ਜਿਹੜੇ ਐਫੀਡੇਵਿਟ ਦਿੱਤੇ ਸੀ ਇਲੈਕਸ਼ਨ ਲੜਨ ਲੱਗਿਆ ਤਾਂ ਉਨੀ ਜਾਇਦਾਦ ਉਹਨਾਂ ਕੋਲ ਹੈਗੀ ਆ। ਅੱਛਾ ਫਿਰ ਰਕੇਸ਼ ਜੀ ਮਾਮਲੇ ਤੇ ਦਰਜ ਕਰ ਲੈਂਦੀ ਹੈ ਵਿਜੀਲੈਂਸ ਜਾਂ ਏਜੰਸੀਆਂ ਕੋਈ ਵੀ, ਦੇਖਿਆ ਜਾਏ ਤੇ ਬਾਅਦ ਚੋਂ ਅਦਾਲਤਾਂ ਦੇ ਵਿੱਚ ਉਹ ਮਾਮਲੇ ਜਿਹੜੇ ਆ ਉਹ ਪ੍ਰੂਫ ਨਹੀਂ ਹੁੰਦੇ। ਤੁਹਾਨੂੰ ਯਾਦ ਹੋਣਾ ਬਾਦਲ ਪਰਿਵਾਰ ਤੇ ਵੀ ਮਾਮਲੇ ਦਰਜ ਹੋਏ ਸੀ, ਉਹਨਾਂ ਨੂੰ ਤੇ ਕੈਪਟਨ ਅਮਰਿੰਦਰ ਸਿੰਘ ਨੇ ਜੇਲ੍ਹ ਤੱਕ ਭੇਜਤਾ ਸੀ, ਮਗਰ ਉਹਨਾਂ ਦਾ ਬਾਅਦ ਚੋਂ ਕੁਝ ਨਹੀਂ ਹੋਇਆ। ਫਿਰ ਕੈਪਟਨ ਅਮਰਿੰਦਰ ਸਿੰਘ ਤੇ ਆਪ ਤੇ ਮਾਮਲਾ ਦਰਜ ਹੋਇਆ ਸੀ ਤੇ ਫਿਰ ਉਹ ਵੀ ਰਫਾ ਦਫਾ ਹੋ ਗਿਆ। ਹਾਲਾਂਕਿ ਤੁਹਾਨੂੰ ਮੈਂ ਦੱਸ ਦਿਆਂ ਕਿ ਭਗਵੰਤ ਮਾਨ ਹੋਣੀ ਜਦੋਂ ਗੁਜਰਾਤ ਇਲੈਕਸ਼ਨ 'ਚ ਕੰਪੇਨ ਕਰਦੇ ਪਏ ਨਾ, ਉੱਥੇ ਇਹਨਾਂ ਨੇ ਕਹੀ ਇੰਨੀ ਗੱਲ ਵੀ ਜ਼ੀਰੋ ਟੋਲਰੈਂਸ ਤੇ ਸਾਡੀ ਸਰਕਾਰ ਕੰਮ ਕਰ ਰਹੀ ਹੈ, ਇਸ ਕਰਕੇ ਸਾਨੂੰ ਚੁਣੋ। ਹੁਣ ਇਹ ਵੋਟ ਲੈਣ ਦਾ ਸਟੰਟ ਆ ਵੀ ਲੋਕਾਂ ਨੂੰ ਨਹੀਂ। ਭੰਡਾਰੀ ਸਾਹਿਬ ਵਾਕਈ ਜ਼ੀਰੋ ਟਾਲਰੈਂਸ ਤੇ ਜੇ ਆਪਣੇ ਵੱਲੋਂ ਸਰਕਾਰ ਦੀ ਜ਼ੀਰੋ ਟਾਲਰੈਂਸ ਤੇ ਕੰਮ ਕਰ ਰਹੀ ਆ। ਇਹ ਜਿਹੜੀ ਅਫਸਰਸ਼ਾਹੀ ਹੈ ਨਾ ਇਹ ਹੌਲੀ ਹੌਲੀ ਮੁੜੂਗੀ, ਇਹ ਨਹੀਂ ਅਜੇ ਮੁੜਨ ਦੀ। ਇਹ ਕੋਈ ਨਾ ਕੋਈ ਇਹੋ ਜਿਹੀ ਕੁੰਡੀ ਪਾ ਦਿੰਦੇ ਆ ਵੀ ਪੁੱਛੋ ਕੁਛ ਨਾ, ਜਿੱਦਾਂ ਹੋਣਾ ਵੇਖੋ ਮੈਡੀਕਲ ਹੁੰਦੇ ਆ ਨੌਕਰੀਆਂ ਦੇ ਜੀ, ਇਹਦੇ ਜਿਹੜੇ ਨਿਯਮ ਹੁੰਦੇ ਸਾਰੇ ਉਹ ਸਿਵਲ ਸਰਜਨ ਆਫਿਸ ਹੁੰਦੇ ਆ ਜੀ। ਸਹਾਇਕ ਸਿਵਲ ਸਰਜਨ ਨੇ ਮੈਡੀਕਲ ਦਾ ਸਰਟੀਫਿਕੇਟ ਜਾਰੀ ਕਰਨਾ ਹੁੰਦਾ ਜੀ ਤੇ ਕਲਾਸ 1 ਦਾ ਸਿਵਲ ਸਰਜਨ ਸਾਹਿਬ ਨੇ ਕਰਨਾ ਹੁੰਦਾ। ਟੈਸਟ ਜਿਹੜੇ ਆ ਸਿਵਲ ਹਸਪਤਾਲ 'ਚ ਹੁੰਦੇ ਆ ਜੀ। ਇਹ ਕੀ ਕਹਿੰਦੇ ਨੇ ਪਤਾ ਵੀ ਕਲਾਸ 4 ਦੀ ਜਿਹੜੀ ਪੋਸਟ ਆ ਜਾਂ ਕਲਾਸ 3 ਦੀ ਕਲੈਰੀਕਲ ਦੀ ਉਹਦੇ ਵਾਸਤੇ ਕਲਰ ਵਿਜ਼ਨ ਨਹੀਂ ਚਾਹੀਦੀ ਹੁੰਦੀ। ਅੱਛਾ, ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ। ਇਹ ਫਿਰ ਕੀ ਕਰਦੇ ਜਦੋਂ ਬੰਦਾ ਰਿਪੋਰਟਾਂ ਇੱਥੋਂ ਕਰਾਉਂਦੇ ਸਿਵਲ 'ਚੋਂ ਉਹ ਲਿਖ ਕੇ ਵਾਪਸ ਭੇਜ ਦਿੰਦੇ ਉੱਥੇ। ਹੁਣ ਇਹਨਾਂ ਕੋਲ ਸਾਰਾ ਰੂਲਸ ਰੈਗੂਲੇਸ਼ਨ ਹੈਗੇ ਆ, ਇਹਨਾਂ ਨੂੰ ਚਾਹੀਦਾ ਉਹਦੇ ਹਿਸਾਬ ਨਾਲ ਫਿੱਟ ਕਰ ਦੇਣ ਜਾਂ ਅਨਫਿੱਟ ਕਰ ਦੇਣ ਜੀ। ਹੁਣ ਇਹ ਕੀ ਕਰਦੇ ਮੁੜ ਫਿਰ ਸਿਵਲ ਸਰਜਨ ਸਿਵਲ ਹਸਪਤਾਲ ਭੇਜ ਦਿੰਦੇ ਉਸ ਬੰਦੇ ਨੂੰ ਵੀ ਇੱਕ ਡਾਕਟਰਾਂ ਦੀ ਰਹਿ ਲੈ ਕੇ ਦੱਸੀ ਜਾਵੇ ਫਿੱਟ ਕਿ ਨਹੀਂ, ਤੇ ਪਹਿਲਾਂ ਇੱਕੋ ਆਦੇਸ਼ ਜਾਰੀ ਕਰੋ ਵੀ ਇਹਨੂੰ ਫਿੱਟ ਅਨਫਿੱਟ ਲਿਖ ਕੇ ਭੇਜੋ। ਮਤਲਬ ਸਰਕਾਰ ਦੀ ਮਨਸ਼ਾ ਕੁਛ ਹੈ, ਜਿਹੜੇ ਅਫਸਰਸ਼ਾਹੀ ਹੈ ਅਫਸਰਸ਼ਾਹੀ ਨਹੀਂ ਮੁੜਦੀ। ਫਿਰ ਜਦੋਂ ਦੁਬਾਰਾ ਆਊਗਾ ਉਹ ਫਿਰ ਕਿਸੇ ਦੇ ਗਾਹਕ 'ਚ ਫਾਜੂਗਾ, ਕਿਸੇ ਦੇ ਟਰੈਕ 'ਚ ਪੈਸੇ ਭਰੂਗਾ। ਇਦਾਂ ਕਰਪਸ਼ਨ ਆ ਗਈ ਨਾ। ਜਦੋਂ ਇੱਕ ਜਿਹੜਾ ਸਿਵਲ ਸਰਜਨ ਦਫ਼ਤਰੋਂ ਮੁੜ ਕੇ ਆਉਂਦਾ ਨਾ ਵਾਪਸ ਸਿਵਲ ਹਸਪਤਾਲ, ਉਹ ਫਿਰ ਇਹ ਸੋਚ ਕੇ ਆਉਂਦਾ ਵੀ ਹੁਣ ਮੈਂ ਪੈਸੇ ਦੇਣੇ, ਮੈਂ ਤਾਂ ਵੱਡੇ ਘਰੋਂ ਵੀ ਮੇਰੇ 'ਚ ਕੋਈ ਨੁਕਸ ਹੈਗਾ।
ਤੇ ਨੁਕਸ ਹੁੰਦਾ ਨਹੀਂ। अब देखो ਨੁਕਸ सरकार ਹੁੰਦਾ ਨਹੀਂ, ਕੋਈ ਜਿਹੜਾ ਫਿੱਟ ਕਰਨ ਦੇ ਸਦਾਈ ਥੋੜਾ, ਉਹ ਤੁਹਾਡਾ ਵੇਖ ਕੇ ਜੇ ਰੂਲ ਪਰਮਿਟ ਕਰਦੇ ਤਾਂ ਹੀ ਫਿੱਟ ਕਰਨ ਡਿਆ ਨਾ। ਅਦਰ ਕੇ ਜੀ ਇੱਕ ਨਾ ਮੇਰੇ ਮਨ 'ਚ ਸਵਾਲ ਆਉਂਦਾ ਸੀ ਵੀ ਦੇਖੋ ਨਾ ਵੀ ਜਿਹਨੂੰ ਪੰਜਾਬ 'ਚ ਅਸੀਂ ਕਹੀਏ ਵੀ 117 ਵਿਧਾਨ ਸਭਾ ਸੀਟਾਂ, ਜਿਹਨੂੰ 59 60 ਲਾ ਲਓ, ਕਹਿ ਲਓ ਵੀ ਜਿਹਨੂੰ ਆ ਜਾਂਦੀ ਹੈ ਨਾ ਉਹ ਰਾਜ ਕਰਦਾ ਹੈ। ਧਿਰ ਕੋਈ ਵੀ ਹੋਵੇ, ਮਤਲਬ 100 ਲਾ ਲਓ, 100 ਇੱਕ ਪਾਰਟੀ ਦਾ, 100 ਦੂਜੀ ਪਾਰਟੀ ਦਾ, 100 ਤੀਜੀ ਪਾਰਟੀ ਦਾ, 100 ਪੰਜ ਪਾਰਟੀਆਂ ਦੇ 4 ਹੀ ਨੇ, ਪਰ ਆਪਾਂ 4-5 ਲਾ ਲਏ, 500 ਬੰਦਾ ਤੇ ਨਾਲ ਇੰਨੇ ਕੀ ਅਧਿਕਾਰੀ ਹੋਣੇ ਆ ਵੀ ਜਿਹੜੇ 3 ਕਰੋੜ ਜਨਤਾ ਨੂੰ ਘੁਮਾਈ ਫਿਰਦੇ ਆ ਵੀ ਯਾਰ ਪੰਜਾਬ ਤੁਸੀਂ ਕਰਜ਼ਦਾਰ ਕਰਤਾ, ਵੀ ਕੋਈ ਕੰਮ ਲੋਕ ਕਰਾਉਣ ਜਾਂਦੇ ਵੀ ਤੁਹਾਡੇ ਹੱਥ ਜੋੜਦੇ, ਤੁਹਾਡੇ ਤਰਲੇ ਮਾਰਦੇ ਵੀ ਤੁਸੀਂ ਤੇ ਮਹਾਰਾਜੇ ਬਣ ਕੇ ਬਹਿ ਗਏ। ਅਸੀਂ ਜਿਵੇਂ ਲੋਕਾਂ ਨੂੰ ਹਮੇਸ਼ਾ ਕਹਿੰਦੇ ਵੀ ਤੁਸੀਂ ਬੋਲੋ, ਵੀ ਰੱਬ ਨੇ ਮੂੰਹ ਦਿੱਤਾ, ਜ਼ਬਾਨ ਖੋਲੋ, ਬੋਲੋਗੇ ਤੇ ਗੱਲ ਬਣੂਗੀ, ਨਹੀਂ ਤੇ 75 ਸਾਲ ਸਾਡੇ ਮੁਲਕ ਨੂੰ ਆਜ਼ਾਦ ਹੋਇਆ ਹੋਇਆ ਵੀ। ਭੰਡਾਰੀ ਸਾਹਿਬ ਸਾਰੇ ਕਰਪਟ ਨਹੀਂ, ਇਹ ਜਿਹੜੇ 10-15% ਨਾ ਇਹ ਕਰਪਟ ਹੈਗੇ ਆ, ਇਹ ਸਾਰਿਆਂ ਨੂੰ ਘੁਮਾਈ ਫਿਰਦੇ ਆ। ਇਹ ਆਂਦੇ ਨੇ ਕਿ ਗੰਦੀ ਮਛਲੀ ਸਾਰੇ ਜਲ ਨੂੰ ਗੰਦਾ ਕਰ ਦਿੰਦੀ ਆ। ਜਿੱਦਾਂ ਜੇ ਸਿਵਲ ਸਰਜਨ ਦਫ਼ਤਰ ਕੋਲ ਰੂਲ ਆ, ਜੇ ਤੁਹਾਨੂੰ ਕੋਈ ਸ਼ੱਕ ਸ਼ੋਭਾ ਉਹ ਸਪੈਸ਼ਲਿਸਟ ਨੂੰ ਉੱਥੇ ਸੱਦ ਲਓ, ਬਜਾਏ ਕਿ ਉਹ ਕੈਂਡੀਡੇਟ ਨੂੰ ਧੱਕੇ ਖਵਾਓ, ਉਹਨੂੰ ਉੱਥੇ ਸੱਦ ਕੇ ਪੁੱਛੋ ਵੀ ਫਿੱਟ ਕਿ ਨਹੀਂ ਫਿੱਟ। ਜੇ ਤੁਹਾਨੂੰ ਨਹੀਂ ਰੂਲ ਸਮਝ ਪੈਂਦੀ ਤੇ ਵੀ ਚਲੋ ਆਪੇ ਕਰਪਸ਼ਨ ਹਟ ਜੂਗੀ ਸਰਕਾਰ। ਤੇ ਜੇ ਤੁਸੀਂ ਨਹੀਂ ਹਟਣਾ ਤੇ ਫਿਰ ਕਰਪਸ਼ਨ ਤੇ ਚੱਲਣੀ ਆ। ਨਹੀਂ ਹਟਣਾ ਇਹਨਾਂ ਨੇ ਇਸ ਕਰਕੇ ਨਹੀਂ, ਕਿਉਂਕਿ ਪਹਿਲੇ ਕਹਿੰਦੇ ਵੀ ਤੁਹਾਨੂੰ ਪਤਾ ਵੀ ਟੈਗ ਲੱਗਾ ਹੈ ਵੀ ਉਹ ਫਲਾਣੀ ਸਰਕਾਰ ਵੇਲੇ ਉਹ ਲੱਗ ਹੁਣ ਜਾਂਦਾ। ਵਜ੍ਹਾ ਵੀ ਦਲਾਲ ਤੁਰੇ ਫਿਰਦੇ ਆ, ਕੋਈ ਲੀਡਰ ਤੁਰੇ ਫਿਰਦੇ ਨਾਲ, ਉਹ ਹੀ ਪੈਸੇ ਲੈ ਜਾਂਦੇ ਆ। ਕੱਲ ਇੱਕ ਵਿਜੀਲੈਂਸ ਤੇ ਮੈਨੂੰ ਬੰਦੇ ਨੇ ਦੱਸਿਆ ਵੀ ਤੁਹਾਡੇ ਉੱਥੇ ਇੱਕ ਕਲਾਸ 4 ਦਾ ਹੈਗਾ ਸੀ ਕੇਸ, ਉਹਦੇ ਕੋਲ 20,000 ਰੁਪਇਆ ਕੋਈ ਮੰਗ ਰਿਹਾ ਸੀ। ਦੇਖੋ ਕਿੱਡੀ ਮਾੜੀ ਗੱਲ ਆ, ਕਲਾਸ 4 ਦਾ ਕਲਰ ਬਲਾਈਂਡ ਉਹ ਫਿੱਟ ਹੈਗਾ, ਉਹਦੇ ਕੋਲ ਕਿਹੜੇ ਤੁਸੀਂ ਧਾਗੇ ਕਢਾਈ ਕਢਾਣੀ ਜੇ। ਚਲੋ ਵਿਜੀਲੈਂਸ ਵਾਲੇ ਨੂੰ ਵੀ ਚਾਹੀਦਾ ਵੀ ਉਹਦੇ ਕੋਲ ਕਰਕੇ ਤੇ ਉਹਦੇ ਹਾਂ ਫਿਰ ਕਾਰਵਾਈ ਕਰੇ। ਕਾਬੂ ਆ ਹੀ ਜਾਣੇ, ਜੇ ਨਾਮ ਬਣਨਗੇ ਕਾਬੂ ਆ ਜਾਣੇ ਆ। ਅਰਕੇ ਜੀ ਤੁਹਾਨੂੰ ਯਾਦ ਹੋਣਾ ਵੀ ਦਿੱਲੀ 'ਚ ਐਕਸਾਈਜ਼ ਮਤਲਬ ਸ਼ਰਾਬ ਘੋਟਾਲਾ, ਬਾਅਦ 'ਚ ਉਹਦੀ ਪੰਜਾਬ 'ਚ ਵੀ ਉਹਦੀ ਕਾਫੀ ਗੂੰਜ ਮਚੀ ਸੀਗੀ। ਉਹਦੇ 'ਚ ਮਨੀਸ਼ ਸਿਸੋਦੀਆ ਡਿਪਟੀ ਸੀਐਮ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ 'ਚ ਤੇ ਕੇਜਰੀਵਾਲ ਤੋਂ ਦੂਜੇ ਨੰਬਰ ਤੇ ਆਉਂਦੇ ਨੇ, ਉਹਨਾਂ ਦੇ ਘਰ ਵੀ ਸੀਬੀਆਈ ਰੇਡ ਮਾਰਦੀ ਹੈ। ਮਤਲਬ ਕਹਿੰਦੇ ਆ ਕਿ ਘਰ ਦੇ ਲੋਕਰ ਖੋਲ ਦਿੱਤੇ ਤੇ ਗੱਦੇ ਚਾਦਰਾਂ ਸਰਾਣੇ ਉਹ ਪਾੜਤੇ ਤੇ ਸੀਬੀਆਈ ਨੇ ਚਾਰਜ ਸ਼ੀਟ ਦਾਖਲ ਕਰਤੀ ਹੈ ਤੇ ਕਹਿੰਦੇ ਵੀ ਮਨੀਸ਼ ਸਿਸੋਦੀਆ ਸਾਹਿਬ ਦਾ ਨਾਂ ਹੀ ਨਹੀਂ। ਵੇਖੋ ਐਕਸਾਈਜ਼ ਪਾਲਿਸੀ ਦਾ ਕਿੱਦਾਂ ਰੋਲਾ ਰਹਿਣਾ ਰੱਪਾ ਪਾਇਆ ਸੀ। ਮਨੀਸ਼ ਸਿਸੋਦੀਆ ਨੇ ਕਰੋੜਾਂ ਦਾ ਘਪਲਾ ਕਰਤਾ, ਕੇਜਰੀਵਾਲ ਸਰਕਾਰ ਨੇ ਕਰੋੜਾਂ ਦਾ ਘਪਲਾ ਕਰਤਾ, ਸੀਬੀਆਈ ਨੇ ਚਾਰਜ ਸ਼ੀਟ FIR ਦਰਜ ਕਰਤੀ। ਇਹ 'ਚ ਮਨੀਸ਼ ਸਿਸੋਦੀਆ ਸਾਹਿਬ ਦਾ ਵੀ ਨਾਂ ਸੀ ਤੇ ਕੁਝ ਹੋਰ ਅਫਸਰਾਂ ਦਾ ਤੇ ਉਹਨਾਂ ਦੇ ਸਾਥੀਆਂ ਦਾ ਨਾਂ ਸੀ। ਹੁਣ ਜਦੋਂ ਕੱਲ ਫਸਟ ਚਾਰਜ ਸ਼ੀਟ ਜਦੋਂ ਇਹਨਾਂ ਨੇ ਕੋਰਟ ਦੇ ਵਿੱਚ ਪੇਸ਼ ਕੀਤੀ, ਉਹ 'ਚ ਸਿਸੋਦੀਆ ਸਾਹਿਬ ਦਾ ਨਾਂ ਹੀ ਨਹੀਂ। ਤੇ ਕੇਜਰੀਵਾਲ ਸਾਹਿਬ ਕਹਿੰਦੇ ਆ ਵੀ ਮੈਂ ਤੇ ਪਹਿਲੇ ਦਿਨੋਂ ਕਹਿਣ ਡਿਆ ਕੇਸ ਝੂਠਾ, ਆਉਂਦੇ ਵੀ ਨੇ ਉਹਦੇ ਗੱਦੇ ਪਾੜ ਤੇ ਸਰਾਣੇ ਪਾੜ ਤੇ ਉਹਨੂੰ ਬਦਨਾਮ ਕਰਨ ਵਾਸਤੇ ਕੇਸ ਕੀਤਾ। 800 ਅਫਸਰ ਆਉਂਦੇ, 400 ਅਫਸਰ 800 ਅਫਸਰ ਲਾਤਾ ਵੀ ਉਹਦੀ 4 ਮਹੀਨੇ ਜਾਂਚ ਕਰਦੇ ਰਹੋ, ਲੱਭਾ ਕੁਛ ਨਹੀਂ। ਤੇ ਲੱਭਣਾ ਵੀ ਕੁਛ ਨਹੀਂ ਹੁੰਦਾ ਹੈਗਾ ਹੀ ਕੁਛ ਨਹੀਂ, ਤੇ ਲੱਭਣਾ ਕੀ ਸੀ। ਹੁਣ ਜਿਹੜਾ ਇਹਨਾਂ ਨੇ ਕੇਸ ਕੀਤਾ ਕਾਫੀ ਹੋਰ ਬੰਦਿਆਂ ਨੇ ਕੀਤਾ ਜੀ 15 ਬੰਦਿਆਂ ਤੇ ਮਾਮਲਾ। 2 ਬੰਦੇ ਬਿਜ਼ਨਸਮੈਨ ਵੀ ਆ, ਇੱਕ ਵਿਜੇ ਨਾਇਰ ਤੇ ਇੱਕ ਅਭਿਸ਼ੇਕ ਬੋਇਨਪੋਲੀ, ਉਹ ਪਹਿਲਾਂ ਹੀ ਅੰਦਰ ਹੈਗੇ ਆ ਤੇ ਕੁਝ ਐਕਸਾਈਜ਼ ਅਫਸਰਾਂ ਦੇ ਖਿਲਾਫ ਤੇ ਇਹਨਾਂ ਨੇ ਹੁਣ ਕੇਸ ਚਾਰਜ ਸ਼ੀਟ ਰਜਿਸਟਰ ਕਰਤੀ ਆ। ਹੁਣ ਵੇਖੋ ਨਾ ਕਿੱਡੀ ਮਾੜੀ ਗੱਲ, ਬੰਦੇ ਦੀ ਕਿੰਨੀ ਬਦਨਾਮੀ ਕਰਤੀ। ਹੁਣ ਜਿਹੜੇ ਇਹਨਾਂ ਦੇ ਕਨਵੀਨਰ ਹੈਗੇ ਆ ਆਪ ਆਦਮੀ ਪਾਰਟੀ ਦੇ ਦਿੱਲੀ ਦੇ ਗੋਪਾਲ ਰਾਏ ਜੀ, ਆਉਂਦੇ ਵੀ ਇਹਨਾਂ ਨੇ ਪਹਿਲਾਂ ਇੱਕ ਪਲਾਨ ਬਣਾਇਆ ਸੀ ਇਹਨੂੰ ਬਦਨਾਮ ਕਰਨ ਦਾ, ਕਿਉਂਕਿ ਗੁਜਰਾਤ ਤੇ ਹਿਮਾਚਲ ਇਲੈਕਸ਼ਨ ਹੈਗੀ ਸੀ, ਉਹਨੂੰ ਬਦਨਾਮ ਬਣਾਇਆ ਸੀ ਵੀ ਸਾਡਾ ਬੰਦਾ ਤੇ ਆ ਦੁੱਧ ਧੋਤਾ ਸੀ, ਉਹਦੇ ਕੋਲ ਤੇ ਕੁਛ ਹੈਗਾ ਹੀ ਨਹੀਂ, ਤੇ ਜੇ ਹੈਗਾ ਤੇ ਇਹਨਾਂ ਨਿਕਲਿਆ ਕਿਉਂ ਨਹੀਂ। ਜੇ ਇਹਨਾਂ ਨੂੰ ਇੰਨਾ ਕੁ ਵੀ ਲੱਭ ਪੈਂਦਾ ਨਾ ਤੇ ਇਹਨਾਂ ਚਾਰਜ ਸ਼ੀਟ 'ਚ ਨਾ ਦਾਖਲ ਕਰਦੇ। ਫਿਰ ਕੇਸੀ ਦੇਖੋ ਇਹ ਮਾੜੀ ਪੋਲਿਟਿਕਸ ਆ, ਜੇ ਤੁਹਾਨੂੰ ਕੁਝ ਲੱਭਦਾ ਹੀ ਨਹੀਂ ਤੇ ਫਿਰ ਤੁਸੀਂ ਤੇ ਕਿਉਂ FIR ਦਰਜ ਕਰਤੀ। ਅਭੀ ਦੇਖੋ ਵੀ ਰਾਜਨੀਤੀ ਕਿੰਨਾ ਲੈਵਲ ਡਿੱਗ ਗਿਆ। ਦੇਖੋ ਬੀਜੇਪੀ ਨੂੰ ਤੇ ਦੇਖੋ ਨਾ ਇੱਕ ਆਦਰਸ਼ ਪਾਰਟੀ ਮੰਨਿਆ ਜਾਂਦਾ ਸੀ। ਵੇਖੋ ਇੱਕ ਇਹਦੇ 'ਚ ਮੈਂ ਐਡ ਕਰ ਦਿਆਂ ਵੀ ਸੀਬੀਆਈ ਨੇ ਮਨੀਸ਼ ਸਿਸੋਦੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ ਹੈ, ਨਹੀਂ ਦਿੱਤੀ, ਇਹ ਲੱਭਣ ਦੇ ਆ ਇਹ ਫਸਟ ਚਾਰਜ ਸ਼ੀਟ ਉਹਨਾਂ ਤੱਕ। ਪਰ ਤੁਹਾਨੂੰ ਯਾਦ ਹੋਣਾ ਰਕੇ ਜੀ, ਕਈ ਸੀਬੀਆਈ ਜਾਂ ਈਡੀ ਕਈ ਐਸੇ ਮਾਮਲੇ ਜਦੋਂ ਦਰਜ ਕਰਦੀ ਹੈ ਨਾ, ਜਦੋਂ ਤੇ ਕੋਰਟ 'ਚ ਜਾ ਕੇ ਉਹ ਖਲੋਂਦੇ ਨਹੀਂ। ਤੁਹਾਨੂੰ ਯਾਦ ਹੋਣਾ ਮਹਾਰਾਸ਼ਟਰ ਦੇ ਸ਼ਿਵ ਸੈਨਾ ਦੇ ਲੀਡਰ ਸੰਜੇ ਰਾਊਤ 101 ਦਿਨ ਹਿਰਾਸਤ 'ਚ ਰਹੇ ਸੀ, ਅਖੀਰ ਜੱਜ ਨੇ ਆ ਕੇ ਕਹਿਤਾ ਵੀ 101 ਦਿਨ ਬਾਅਦ ਉਹਨੂੰ ਛੱਡਤਾ ਤੇ ਜਸਟਿਸ ਨੇ ਕਿਹਾ ਸੀ ਵੀ ਈਡੀ ਜਿਹੜੀ ਹੈ ਕੋਈ ਸਾਬਤ ਨਹੀਂ ਕਰ ਪਾਈ ਇਹਨਾਂ ਦੇ ਉੱਤੇ ਆਰੋਪ, ਤੇ ਇਸ ਕਰਕੇ ਉਹਨਾਂ ਨੂੰ ਛੱਡਤਾ ਸੀ। ਮਤਲਬ ਜੇ ਇਹ ਪ੍ਰੂਫ ਕਿਉਂ ਨਹੀਂ ਹੁੰਦਾ, ਕੀ ਕਾਰਨ ਹੈ ਵੀ ਕੀ ਈਡੀ ਹੁਣ ਸੁਤੰਤਰ ਨਹੀਂ ਰਹੀ, ਵੀ ਕਿਸੇ ਦੇ ਦਬਾਅ ਥੱਲੇ ਕੰਮ ਕਰ ਰਹੀ ਹੈ। ਇਹ ਦੇਖੋ ਏਜੰਸੀਆਂ ਦੀ ਜਿਹਨਾਂ ਪਹਿਲਾਂ ਜਿਹੜੀ ਨਾ ਸਾਖ ਬਹੁਤ ਵਧੀਆ ਸੀ, ਹੁਣ ਖਰਾਬ ਹੋ ਗਈ ਆ। ਸਾਰੀਆਂ ਪਾਰਟੀਆਂ ਇਹਨਾਂ ਨੂੰ ਆਪਣੇ ਫਾਇਦੇ ਲਈ ਵਰਤਦੀਆਂ। ਇਹ ਤੇ ਤੁਹਾਨੂੰ ਪਤਾ, ਇੱਕ ਵਾਰੀ ਇੱਕ ਜੱਜ ਸਾਹਿਬ ਨੇ ਕਿਹਾ ਵੀ ਇੱਕ ਪਿੰਜਰੇ 'ਚ ਕੈਦ ਤੋਤਾ, ਹਾਂ
ਜਿਹੜਾ ਸੀਬੀਆਈ ਹੈ ਪਿੰਜਰੇ 'ਚ ਕੈਦ ਤੋਤਾ ਹੈ। ਅੱਛਾ ਕਿ ਇਹ ਵੀ ਨਾਲ ਸਵਾਲ ਦੇਖੋ ਕਈ ਆਂਦੇ ਵੀ ਏਜੰਸੀਆਂ ਦੀ ਸਾਖ ਬਰਕਰਾਰ ਰਹਿਣੀ ਚਾਹੀਦੀ ਹੈ ਕਿਉਂਕਿ ਇਸੀ ਸੀਬੀਆਈ ਦੇ ਉੱਪਰ ਲੋਕਾਂ ਦਾ ਬਹੁਤ ਵਿਸ਼ਵਾਸ ਹੈ। ਜਿਹੜੀਆਂ ਕੋਈ ਪ੍ਰਦੇਸ਼ ਸਰਕਾਰਾਂ ਕੋਈ ਕੇਸ ਨਹੀਂ ਕਰ ਪਾਉਂਦੀਆਂ, ਸੋਲਵ ਨਹੀਂ ਹੋ ਪਾਉਂਦੀਆਂ, ਪੁਲਿਸ ਨਹੀਂ ਸੋਲਵ ਹੁੰਦੀ, ਕਹਿੰਦੇ ਸੀਬੀਆਈ ਨੂੰ ਜਾਂਚ ਦੇ ਦਿਓ। ਪਰ ਜਦੋਂ ਸੀਬੀਆਈ ਤੇ ਈਡੀ ਵਰਗੀ ਏਜੰਸੀਆਂ ਹੀ ਜਦੋਂ ਕੁਛ ਨਾ ਕਰ ਪਾਣਗੀਆਂ ਵੀ 800 ਅਧਿਕਾਰੀ ਲੱਗੇਗਾ ਤੇ ਲੱਭਦਾ ਫਿਰ ਕੁਝ ਨਹੀਂ, ਤੇ ਕਿਤੇ ਨਾ ਕਿਤੇ ਸਵਾਲ ਤੇ ਫਿਰ ਉੱਠਦੇ ਹੀ ਹੈ ਨਾ ਜੀ। ਇਮਾਨਦਾਰੀ ਤੇ ਫਿਰ ਆਪ ਸਰਕਾਰ ਦੀ ਹੈਗੀ ਹੈ ਨਾ, ਕੱਟੜ ਇਮਾਨਦਾਰ ਸਰਕਾਰ ਐਵੇਂ ਨਹੀਂ ਕਹਿੰਦੇ। ਠੀਕ ਹੈ, ਸਤਿੰਦਰ ਜੈਨ ਵਰਗੇ ਕੋਈ ਵਿੱਚ ਆ ਜਾਂਦੇ ਆ ਜਿਨ੍ਹਾਂ ਦੀ ਮਾਲਿਸ਼ ਹੁੰਦੀ ਹੈ। ਹਾਂ, ਪਰ ਇਮਾਨਦਾਰੀ ਹੈਗੀ ਆ, ਮੇਵੇ ਮੂਵੇ ਖਾਂਦੇ ਆ। ਅਦਰ ਕਿ ਜੀ ਇਹ ਵੀ ਸਵਾਲ ਉੱਠਦਾ ਜੀ ਕੋਈ ਭ੍ਰਸ਼ਟਾਚਾਰ ਦੇ ਖਿਲਾਫ ਅੰਦੋਲਨ ਹੁੰਦਾ ਦਿੱਲੀ 'ਚ, ਪੂਰਾ ਦੇਸ਼ ਉਹਦੇ 'ਚ ਜੁੜਦਾ ਹੈ ਤੇ ਲੋਕ ਇਹ ਹੁਣ ਪੁੱਛਣ ਲੱਗੇ ਵੀ ਯਾਰ ਕੀ ਭ੍ਰਸ਼ਟਾਚਾਰ ਮੁੱਕ ਗਿਆ, ਕੀ ਮਹਿੰਗਾਈ ਹਟ ਗਈ ਹੈ, ਕੀ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੀਗੀਆਂ ਉਹ ਦੂਰ ਹੋਈਆਂ। ਵੀ ਕਹਿੰਦੇ ਵੀ ਇਹ ਜਿਹੜੀਆਂ ਸਮੱਸਿਆਵਾਂ ਨਾ ਲੋਕਾਂ ਦੀਆਂ ਉਹ ਤੇ ਸੁਰਸਾ ਰਾਖਸ਼ ਨਹੀਂ ਹੈ ਵੀ ਉਹਦੇ ਵਾਂਗੂ ਮੂੰਹ ਉਹਦਾ ਵੱਡਾ ਹੋ ਜਾਂਦਾ ਜਿੱਦਾਂ ਰਮਾਇਣ 'ਚ ਜ਼ਿਕਰ ਆਉਂਦਾ ਹੈ ਇਸ ਰਾਖਸ਼ੀਨੀ ਦਾ, ਤੇ ਉਹ ਵਧੀ ਜਾਂਦੀ ਹੈ। ਤੇ ਸਰਕਾਰਾਂ ਨੂੰ ਤਾਂ ਸੋਚਣਾ ਚਾਹੀਦਾ ਵੀ ਸਰਕਾਰਾਂ ਜਦੋਂ ਇੱਕ ਇਲੈਕਸ਼ਨ ਜਿੱਤ ਕੇ ਅਗਲੇ ਇਲੈਕਸ਼ਨ ਜਿੱਤਣ ਦੀ ਤਿਆਰੀ ਕਰਨਗੀਆਂ ਜਾਂ ਉਧਰ ਧਿਆਨ ਹੋਏਗਾ ਤਾਂ ਫਿਰ ਜਨਤਾ ਦਾ ਤੇ ਰੱਬ ਹੀ ਰੱਖਾ ਹੈ। ਦਿੱਲੀ ਦੀ ਹੀ ਗੱਲ ਕਰ ਰਹੇ ਹਾਂ ਕੇਸ ਦੀ, ਤੇ ਅੱਗੇ ਇਹਦੇ 'ਚ ਵਧਾਵਾਂਗੇ ਵੀ ਦਿੱਲੀ ਦੇ ਸਕੂਲਾਂ 'ਚ ਇੱਕ ਅਖਬਾਰ 'ਚ ਖਬਰ ਛਪੀ ਹੈ ਵੀ 1300 ਕਰੋੜ ਰੁਪਏ ਦਾ ਕਹਿੰਦੇ ਘੁਟਾਲਾ ਹੋ ਗਿਆ ਜੀ। ਵੀ ਕਹਿੰਦੇ ਵੀ 193 ਸਕੂਲ ਆ ਤੇ 2400 ਸਕੂਲਾਂ ਦੇ ਕਮਰੇ ਬਣਨੇ ਆ। ਤੇ ਹੁਣ ਚੀਫ ਵਿਜੀਲੈਂਸ ਕਮੇਟੀ ਨੇ ਇੱਕ ਰਿਪੋਰਟ ਵੀ ਤਿਆਰ ਕਰ ਲਈ ਵੀ ਸੱਚਾਈ ਹੈਗੀ ਜਾਂ ਫਿਰ ਜਿਵੇਂ ਪਹਿਲੇ ਈਡੀ ਨੇ ਜਾਂ ਸੀਬੀਆਈ ਨੇ ਕੀਤਾ ਠੁੱਸੋ ਜੂ ਕੰਮ। ਅਜੇ ਤੇ ਜਾਂਚ ਹੀ ਹੋਈ ਆ ਜੀ। ਇਸ ਤਰਕਾ ਨਿਦੇਸ਼ਾਲਿਆ ਚੀਫ ਵਿਜੀਲੈਂਸ ਕਮਿਸ਼ਨ ਜੀ ਜੀ ਉਹਨਾਂ ਆਪਣੀ ਜਾਂਚ 'ਚ ਪਾਇਆ ਵੀ ਜਿਹੜੇ ਸਕੂਲਾਂ ਦੇ ਕਮਰਿਆਂ ਦੇ ਕਲਾਸਰੂਮਾਂ ਦਾ ਨਿਰਮਾਣ ਵਿੱਚ ਘੁਟਾਲਾ ਆ। ਜੀ। ਚੀਫ ਸੈਕਟਰੀ ਨੇ ਉਹਨਾਂ ਨੇ ਆਪਣੀ ਰਿਪੋਰਟ ਦੇ ਦਿੱਤੀ ਆ ਜੀ। ਤੇ ਇਹ ਵੀ ਨਾਲ ਸਿਫਾਰਿਸ਼ ਕੀਤੀ ਵੀ ਕਿਸੇ ਸੈਂਟਰਲ ਏਜੰਸੀ ਕੋਲੋਂ ਇਹਦੀ ਜਾਂਚ ਕਰਾਈ ਜਾਵੇ। ਅੱਛਾ। ਤੇ ਤੁਹਾਨੂੰ ਇਹ ਵੀ ਦੱਸਣਾ ਦੀ ਗੱਲ ਵੀ ਜਦੋਂ ਇਹਨਾਂ ਨੇ ਰਿਪੋਰਟ ਬਣਾਈ 2.5 ਸਾਲ ਤੱਕ ਆ ਪਹਿਲਾਂ ਦੱਬੀ ਰੱਖੀ ਵੀ ਇਲੈਕਸ਼ਨਾਂ ਵੇਲੇ ਹਾਂ, ਇਹ ਤੇ ਲੈਫਟੀਨੈਂਟ ਗਵਰਨਰ ਨੂੰ ਵਿੱਚ ਇੰਟਰਵੀਨ ਕਰਨਾ ਪਿਆ ਤੇ ਫਿਰ ਇਹਨਾਂ ਨੇ ਚੀਫ ਸੈਕਟਰੀ ਨੂੰ ਆਪਣੀ ਰਿਪੋਰਟ ਦਿੱਤੀ ਜੇ। ਪਹਿਲਾਂ ਆ ਵੀ ਦੱਬੀ ਰੱਖੀ ਇਹਨਾਂ ਨੇ 2.5 ਸਾਲ। ਇਹ ਮਤਲਬ ਵੇਲੇ ਦਾ ਵੇਖਣ ਦੇ ਵੀ ਕਦੋਂ ਵੇਲਾ ਆਵੇ ਤੇ ਕੱਢੀਏ, ਇਲੈਕਸ਼ਨਾਂ ਵੇਲੇ ਕੱਢੀਏ। ਹੁਣ ਆਂਦੇ ਵੀ 2400 ਤੇ 5 ਕਲਾਸਰੂਮ ਬੰਨੇ ਸੀ 193 ਸਕੂਲਾਂ ਦੇ, ਉਹਦੇ ਵਿੱਚ ਦੱਸਦੇ ਆ ਵੀ 1300 ਕਰੋੜ ਦਾ ਘਟਾਲਾ ਜਿਹੜਾ ਵਾ ਉਹ ਸਾਹਮਣੇ ਆਇਆ। ਤੇ ਬੀਜੇਪੀ ਵਾਲੇ ਕਿੱਥੇ ਪਿੱਛੇ ਰਹਿਣ ਵਾਲੇ ਆ। ਬੀਜੇਪੀ ਵਾਲੇ ਕਹਿੰਦੇ ਗੌਰਵ ਭਾਟੀਆ ਨੇ ਪ੍ਰਵਕਤਾ ਆਉਂਦੇ ਵੀ ਅਸੀਂ ਤੇ 2 ਸਾਲ ਤੋਂ ਰੌਲਾ ਪਾਉਣ ਡਏ ਇਸ ਕੰਮ ਦਾ ਵੀ ਇਹਦੀ ਜਾਂਚ ਕਰਾਓ, ਬੜਾ ਘਪਲਾ ਆਇਆ ਜੇ ਵੀ ਕੇਜਰੀਵਾਲ ਸਾਹਿਬ ਦੇ ਹੁਣ ਜਵਾਬ ਦੇਣ। ਹੁਣ ਇਹ ਤੇ ਜੋ ਗੱਲਾਂ ਸਾਹਮਣੇ ਆਈਆਂ ਵੀ ਰਿਪੋਰਟ ਦੇ ਅਨੁਸਾਰ ਉਹਨੂੰ ਦੇਤੀ ਆ ਚੀਫ ਸੈਕਟਰੀ ਨੂੰ। ਆਂਦੇ ਇੱਕ ਬੱਬਰ ਐਂਡ ਬੱਬਰ ਐਸੋਸੀਏਟ ਆ, ਉਹਨਾਂ ਨੇ ਆਪਣੀ ਰਿਪੋਰਟ 'ਚ ਲਿਖਿਆ ਵੀ ਇਹ ਸਾਰੀ ਸਰਕਾਰ ਚਲਾ ਰਹੀ ਸੀ। ਉਹ ਆਂਦੇ ਵੀ ਨਾ ਇਹ ਸਰਕਾਰ ਦੇ ਸਲਾਹਕਾਰ ਤੇ ਟੈਂਡਰ ਦੇ 'ਚ ਬੇਨਿਯਮੀਆਂ ਵੀ ਇਹਨਾਂ ਕਰਾਈਆਂ ਸਾਰੀਆਂ। ਅੱਛਾ। ਤੇ ਆਂਦੇ ਵੀ ਜਦੋਂ PWD ਮਿਨਿਸਟਰ ਨੇ 2016 'ਚ ਆਪਣੇ ਕਮਰੇ 'ਚ ਮੀਟਿੰਗ ਲਈ ਇਹਨੂੰ ਟੈਂਡਰ ਦੇਣ ਵਾਸਤੇ ਜੀ, ਇਹਨਾਂ ਦਾ ਅਧਿਕਾਰੀ ਉਹਦੇ ਵਿੱਚ ਬੈਠਾ ਸੀ, ਜਦੋਂ ਕਿ ਉਹ ਨਾ ਕੋਈ ਸਲਾਹਕਾਰ ਸੀ ਨਾ ਕੋਈ ਸੀ, ਉਹ ਬੈਠਾ ਸੀ। ਤੇ ਇੱਕ ਰਿਚਰ ਸਪੈਸੀਫਿਕੇਸ਼ਨ ਹੈਗੀ ਆ, ਉਹਨੂੰ ਸਾਰਾ ਕੰਮ ਦਵਾਤਾ। ਸੌਂਦਰੀਕਰਨ ਦਾ ਕੰਮ ਜਿਹੜਾ ਨਾ ਸਾਰਾ ਕੰਮ ਜਿਹੜਾ ਉਹਨੂੰ ਦੇ ਦਿੱਤਾ। ਜੀ ਇਹਦੇ ਹਮੇਸ਼ਾ ਹੀ ਹੁੰਦਾ ਵੀ ਠੇਕੇ ਆਪਣੇ ਝੇਤਿਆਂ ਦਵਾਏ ਜਾਂਦੇ ਨੇ। ਤੇ ਟੈਂਡਰਾਂ ਦੇ ਵਿੱਚ ਆਂਦੇ ਵੀ ਇਹਨਾਂ ਨੇ ਟੈਂਡਰ ਦੇ ਜਿਹੜੇ ਨਿਯਮ ਸੀ ਜੋ ਹੈਗੇ ਸ਼ਰਤਾਂ ਉਹ ਵੀ ਚੇਂਜ ਕਰਾਤੀਆਂ ਤੇ 205.45 ਕਰੋੜ ਦਾ ਖਰਚੇ ਜਿਹੜਾ ਉਹ ਵਧਾਤਾ। ਜਿੰਨੇ ਦੇ ਟੈਂਡਰ ਹੋਣਾ ਸੀ ਉਹ 'ਚੋਂ ਉਹ ਵੀ ਵਧਾਤਾ। ਤੇ 42 ਕਰੋੜ ਦੇ ਟੈਂਡਰ ਆਂਦੇ ਨੇ ਉਹ ਜਿਹੜੇ ਦੇਤੇ ਵੀ ਜਿਨ੍ਹਾਂ ਦੇ ਟੈਂਡਰ ਜਾਰੀ ਨਹੀਂ ਕੀਤੇ, ਬਗੈਰ ਟੈਂਡਰੇ ਕੰਮ ਕਰਾਤੇ। ਕਿ ਜੀ ਠੇਕੇਦਾਰ ਨਾ ਬਣਦੀ ਵੀ ਕਿਸੇ ਲੀਡਰ ਦੇ ਬਣਨਾ ਚਾਹੀਦਾ। ਸਾਡੇ ਘੁੱਟ ਜਾਾਂਗੇ ਵੀ ਯਾਰ ਸਾਨੂੰ ਵੀ ਠੇਕਾ ਦਵਾ ਦਿਓ, ਪਰ ਵਿਵਾਦ 'ਚੋਂ ਡਰ ਵੀ ਲੱਗਦਾ ਵੀ ਕਿਤੇ ਹੋਣਾ ਹੋਵੇ ਵੀ ਜਿਵੇਂ ਆਸ਼ੂ ਫਸਿਆ ਮੰਤਰੀ ਸਾਹਿਬ 42 ਕਰੋੜ ਦੇ ਭੰਡਾਰੀ ਸਾਹਿਬ ਵੀ ਇਹਨਾਂ ਨੇ ਟੈਂਡਰ ਜਿਹੜੇ ਟੈਂਡਰ ਤੋਂ ਬਿਨਾਂ ਟੈਂਡਰੋਂ ਹੀ 42 ਕਰੋੜ ਦਾ ਕੰਮ ਕਰਾਤਾ। ਤੇ ਵੇਖੋ ਫਿਰ 1300 ਕਰੋੜ ਦਾ ਘਟਾਲਾ ਹੁਣ ਕੱਟਣ ਮਾਨਤਾ ਸਰਕਾਰ ਤੇ ਫੇਰਿਆ। ਹੁਣ ਇੱਕ ਵਾਰੀ ਆਰੋਪ ਲੱਗ ਗਿਆ। ਹੁਣ ਇਹਦੀ ਸੱਚਾਈ ਏਜੰਸੀ ਕੋ ਕੀ ਕਰਾਉਂਦੇ ਆ, ਚੀਫ ਸੈਕਟਰੀ ਹੁਣ ਕੀ ਕਰਦੇ ਆ, ਇਹ ਤੇ ਹੁਣ ਸਾਰੇ ਉਸ ਕੰਮ ਸਾਹਮਣੇ ਆਊਗਾ। ਸੱਚਾਈ ਫੇਰ ਹੀ ਸਾਹਮਣੇ ਆਊਗਾ, ਜਾਂਚ ਹੋਊਗੀ। ਤੇ ਫਿਰ ਸਭ ਤੋਂ ਵੱਡੀ ਗੱਲ ਫਿਰ ਸਿੱਖਿਆ ਮੰਤਰੀ ਜਿਹੜੇ ਆ ਮਨੀਸ਼ ਸਿਸੋਦੀਆ ਜੀ ਆ, ਉਹ ਤੇ ਕਹਿੰਦੇ ਵੀ ਦਿੱਲੀ ਦੇ ਸਕੂਲਾਂ ਦੀ ਮਿਸਾਲ ਦਿੰਦੇ ਆ ਸਾਰੇ ਇੰਡੀਆ ਦੇ ਵਿੱਚ। ਨਿਊਯਾਰਕ ਟਾਈਮ 'ਚ ਖਬਰ ਛਪੀ ਹੋਈ ਹੈ ਉਹਨਾਂ ਦੇ ਨਾਲ ਦਾ ਸਕੂਲ ਹੀ ਕੋਈ ਨਹੀਂ। ਤੇ ਇਹ ਤੇ ਕਹਿੰਦੇ ਵੀ ਆ ਜਿਹੜਾ 2405 ਕਮਰੇ ਬਣਾਉਣੇ 193 ਸਕੂਲਾਂ 'ਚ 1300 ਕਰੋੜ ਰੁਪਏ ਦੀ ਹੇਰਾਫੇਰੀ ਹੋ ਗਈ ਇਹਦੇ ਵਿੱਚ। ਦੇਖੋ ਫਿਰ ਕੇ ਜੀ ਜਿਵੇਂ ਤੁਸੀਂ ਦੱਸ ਰਹੇ ਵੀ ਇੱਕ ਜਿਹੜਾ ਏਜੰਸੀ ਹੈ ਜਾਂ ਠੇਕੇਦਾਰ ਹੈ ਉਹਦਾ ਕੋਈ ਲੈਣਾ ਦੇਣਾ ਨਹੀਂ ਸਰਕਾਰ 'ਚ ਵਿੱਚ ਬੈਠਦਾ, ਇਹ ਤੇ ਹਮੇਸ਼ਾ ਹੀ ਹੁੰਦਾ ਹੈ। ਬੱਬਰ ਐਂਡ ਬੱਬਰ ਐਸੋਸੀਏਟ ਤੇ ਦੇਖੋ ਇੱਥੇ ਵੀ ਉਹ ਕਿਉਂ ਦਵਾਉਂਦਾ ਕੰਮ ਸਾਰਾ, ਇੱਥੇ ਵੀ ਆਪਣੇ ਬੰਦਿਆਂ ਨੂੰ ਠੇਕੇ ਦਵਾਏ ਜਾਂਦੇ ਆ। ਆਪਣੇ ਭਾਰਤ ਭੂਸ਼ਣ ਆਸ਼ੂ ਸਾਹਿਬ, ਇੱਕ ਉਹ ਤੇਲੂ ਰਾਮ ਸੀ, 25 ਕਰੋੜ ਰੁਪਏ ਉਹਨੂੰ ਦਵਾਤਾ। ਵੇਖੋ ਉਹਨੇ ਕਿੰਨੇ ਪੈਸੇ ਦਿੱਤੇ, 2 DFC ਨੂੰ ਵੀ ਦਿੱਤੇ, ਉਹਨੇ ਆਪਣੀ ਡਾਇਰੀ 'ਚ ਲਿਖਤੇ ਵੀ ਕਿੰਨੇ ਪੈਸੇ ਕਿਹਨੂੰ ਦਿੱਤੇ ਆ। ਉਹਨੂੰ ਸਰਦਾਰ ਦੇ ਚੱਲ ਗਏ ਵੀ ਏਜੰਸੀਆਂ ਵਾਲੇ ਸਾਰੇ ਵੀ ਕਹਿੰਦੇ ਵੀ ਸਾਨੂੰ ਫਸਾ ਰਹੇ ਆ। ਪੁਰਾਣੇ ਕ੍ਰੀਏਟਰ ਹੁਣ ਤੋਲਣ ਲਈ ਵਿਜੀਲੈਂਸ
ਵੀ ਤੋਲੇ ਨਾ ਕਰੇਟ। ਕਰੇਟ ਦਾ 40 ਦਾ 38 ਕਿਲੋ ਹੋ ਜਾਊਗਾ, ਭਾਰ ਵਧਣਾ ਘਟ ਜਾਣਾ, ਉਹ ਤਾਂ ਸਗੋਂ ਮੀਂਹ ਪੈ ਕੇ ਭਾਰ ਵੱਧ ਜਾਂਦਾ ਨਹੀਂ ਤੇ ਲੱਕੜ ਦਾ। ਚਲੋ 38 ਤੇ ਮੰਨਿਆ ਵੀ ਆਟੇ 'ਚ ਲੂਣ ਹੋ ਗਿਆ ਵੀ ਜਿਹਦਾ 20 20 ਕਿਲੋ ਆ, ਤੇ 20 ਕਿਲੋ ਕਿੱਥੋਂ ਆ ਗਿਆ? ਮਤਲਬ ਇਹ ਗੱਲ ਹੈ ਕਿ ਵੀ ਜਿਵੇਂ ਕਿਸ ਤਰ੍ਹਾਂ ਇਹ ਗੋਲਮਾਲ ਚੱਲਦਾ ਪਿਆ, ਮੇਰਾ ਭਾਰਤ ਮਹਾਨ, ਤੇ ਫਿਰ ਕਹਿੰਦਾ ਵੀ 100 में से 99 ਬੇਈਮਾਨ। ਪਰ ਇਹ ਹੈਗਾ ਕਿ ਹੁਣ ਰੱਬ ਹੀ ਰੱਖਾ ਹੈ, ਅਸੀਂ ਤੇ ਗੱਲਾਂ ਹੀ ਕਰ ਦੇਖੋ ਦੱਸ ਹੀ ਸਕਦੇ ਹਾਂ ਲੋਕਾਂ ਨੂੰ। ਫਿਰ ਅਸੀਂ ਵਾਰ-ਵਾਰ ਇਹ ਕਹਿੰਦੇ ਵੀ ਲੋਕ ਜਾਗਰੂਕ ਜਿੰਨਾ ਚਿਰ ਨਹੀਂ ਆਉਣਗੇ ਉਹਨਾਂ ਚਿਰ ਤੁਹਾਡੇ ਕਰਮਾਂ 'ਚ ਇਹੋ ਕੁਝ ਹੈ। ਘੁਟਾਲੇ ਦੀਆਂ ਗੱਲਾਂ ਵੀ ਤੁਸੀਂ ਸੁਣਦੇ ਰਹੋਗੇ, ਸਵਾਦ ਲੈ ਲੈ ਕੇ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੀ ਸੰਪत्ति ਦੇ ਕਿਆ ਇਹਨਾਂ ਕੋਲ ਜਾਦੂਈ ਚਿਰਾਗ ਜਿਹੜਾ ਆ ਜਾਂਦਾ ਵੀ ਅਲਾਦੀਨ ਦਾ ਚਿਰਾਗ ਮਿਲ ਜਾਂਦਾ ਵੀ ਜਦੋਂ ਇਲੈਕਸ਼ਨ ਹੁੰਦੇ ਆ ਉਦੋਂ ਇਹਨਾਂ ਦੇ ਕਿਸੇ ਕੋਲ 5 ਲੱਖ, ਕਿਸੇ ਕੋਲ 10 ਲੱਖ, ਤੇ 10 ਸਾਲਾਂ ਬਾਅਦ ਉਹਨੇ ਕਰੋੜ ਉਹਨੀਆਂ ਬਿੰਦੀਆਂ ਲੱਗ ਜਾਂਦੀਆਂ ਨਾਲ ਹੀ ਉਹ ਕਹਿੰਦੇ ਵੀ ਹੁਣ MCD ਦੇ ਚੁਣਾਵ ਹੈ, ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੇ ਇਲੈਕਸ਼ਨ ਹੈ, ਤੇ ਆਮ ਆਦਮੀ ਪਾਰਟੀ ਦੇ ਦਿੱਲੀ ਫਿਰ ਆਮਣੇ ਸਾਹਮਣੇ ਹੋ ਗਏ ਨੇ। BJP ਦਾ ਆਰੋਪ ਲਾਇਆ ਵੀ ਦਿੱਲੀ ਸਰਕਾਰ ਨੇ, ਕਿਉਂਕਿ ਤੁਹਾਨੂੰ ਯਾਦ ਹੋਣਾ ਪਿੱਛੇ ਕੂੜੇ ਦੇ ਪਹਾੜ ਬੜੇ ਲੱਗੇ ਆ ਤੇ ਅਰਵਿੰਦ ਕੇਜਰੀਵਾਲ ਸਾਹਿਬ ਜਾਣਦੇ ਆ ਤੇ ਇਹਨਾਂ ਦੀ ਕਾਫੀ ਤਕਰਾਰ ਵੀ ਹੁੰਦੀ ਉੱਥੇ, ਤੇ ਹੁਣ ਉਹ ਦਿੱਲੀ ਵਾਲੇ ਉਹਨਾਂ ਦਾ ਇਹ ਤਰਕ ਆ ਵੀ ਸਾਨੂੰ ਦਿੱਲੀ ਸਰਕਾਰ ਸਹਿਯੋਗ ਨਹੀਂ ਸੀ ਕਰਦੀ, ਇਸ ਕਰਕੇ ਅਸੀਂ ਜਿਹੜਾ ਪੂਰਾ ਵਿਕਾਸ ਨਹੀਂ ਕਰਾ ਪਾਏ ਤੇ ਸਾਨੂੰ ਮੌਕਾ ਦਿਓ। 3 ਵਾਰ ਤੋਂ ਉੱਥੇ ਆਏ ਤੇ ਇੱਕ ਵਾਰੀ ਹੋਰ ਮੌਕਾ ਮੰਗਦੇ। ਕੇਜਰੀਵਾਲ ਸਾਹਿਬ ਦੇ ਇਹ ਬਿਆਨ ਮੈਂ ਸੁਣਿਆ ਹੈ, ਉਹ ਕਹਿੰਦੇ ਵੀ ਅਸੀਂ 1 ਲੱਖ ਕਰੋੜ ਦੇ ਕਰੀਬ ਜਿਹੜਾ ਨਾ ਉਹ ਇਹਨਾਂ ਨੂੰ ਫੰਡ ਦਿੱਤੇ ਆ, ਉੱਪਰ ਥੱਲੇ ਹੋ ਸਕਦਾ ਥੋੜਾ ਬਹੁਤਾ, ਮੈਂ ਫਿਗਰ ਸ਼ਾਇਦ, ਪਰ ਇਹ ਹੈਗਾ ਕਿ ਹੁਣ ਇਹ ਕਹਿੰਦੇ ਸਾਨੂੰ ਕੰਮ ਨਹੀਂ ਕਰਨ ਦਿੰਦੇ, ਉਹ ਕਹਿੰਦੇ ਸੀ ਪੈਸੇ ਜਾਰੀ ਕੀਤੇ। ਇਹ ਮਾਮਲਾ ਹੈ ਜੀ। ਵੇਖੋ ਜੀ MCD ਇਲੈਕਸ਼ਨ ਆ ਗਏ ਆ ਜੀ, ਇੱਕ ਦੂਜੇ ਤੇ ਰੋਪ ਜ਼ਬਰਦਸਤ ਲਗਾਏ ਜਾ ਰਹੇ, ਕਦੇ ਟਿਕਟਾਂ ਵੇਚਣ ਦੇ ਲੱਗ ਰਹੇ ਆਪਦੇ ਤੇ, ਕਦੀ ਕਈ ਲਾਈ ਜਾ ਰਹੇ, ਰੋਪ ਤੇ ਰੋਪ ਚੱਲਣ ਡੇ ਆ। ਤੁਹਾਨੂੰ ਪਤਾ ਕੇਜਰੀਵਾਲ ਸਾਹਿਬ ਕੂੜੇ ਦੇ ਪਹਾੜ ਵੇਖਣ ਗਏ ਸੀ ਜੀ, BJP ਨੇ ਉੱਥੇ ਮੁਜ਼ਾਹਰਾ ਕੀਤਾ ਵੀ ਤੂੰ ਕਿ ਵੇਖਣ ਆਇਆ। ਉਹ ਆਂਦੇ ਵੀ ਜੇ ਤੇ ਹੁਣ ਕੂੜੇ ਦੇ ਪਹਾੜ ਚਾਹੀਦੇ ਜੇ, ਗੰਦੀ ਦਿੱਲੀ ਚਾਹੀਦੀ ਜੇ ਤਾਂ BJP ਚੁਣ ਲਓ, ਜੇ ਦਿੱਲੀ ਸਾਫ਼ ਸੁਥਰੀ ਚਾਹੀਦੀ ਜੇ, ਕੂੜਾ ਕਿਤੇ ਨਾ ਦੇਹੇ ਤੇ ਸਾਨੂੰ ਚੁਣੋ। ਉਹ ਆਂਦੇ ਵੀ ਜੇ ਕੇਜਰੀਵਾਲ ਸਾਹਿਬ ਕਹਿੰਦੇ ਵੀ 1 ਕਰੋੜ ਰੁਪਏ 1 ਲੱਖ ਕਰੋੜ ਰੁਪਇਆ ਜਿਹੜਾ ਤੁਸੀਂ ਦੱਸਿਆ ਵੀ ਵਿਕਾਸ ਲਈ ਦਿੱਤਾ 5 ਸਾਲਾਂ 'ਚ, ਹੋ ਸਕਦਾ ਨਾ ਕਿਸ਼ਤਾਂ 'ਚ ਦਿੱਤਾ ਹੋਵੇ, ਤੇ ਜੇ ਇਹਨਾਂ ਨੇ ਕਿਸ਼ਤਾਂ 'ਚ ਦਿੱਤਾ ਤੇ ਜੇ ਇਹਨਾਂ ਵੇਖਿਆ ਮੇਰੀ ਕਿਸ਼ਤ ਦੇ ਗਏ ਵੀ ਦਿੱਲੀ ਸਰਕਾਰ ਕੰਮ ਨਹੀਂ ਕਰਦੀ ਪਈ, MCD ਸਰਕਾਰ MCD ਜਿਹੜੀ ਆ ਕੰਮ ਨਹੀਂ ਕਰਦੀ, ਤੇ ਉਹਦੇ ਕੋਲ ਹਿਸਾਬ ਲੈਂਦੇ ਵੀ ਪੈਸਾ ਕਿੱਥੇ ਕਿੱਥੇ ਖਰਚ ਕੀਤਾ, ਅਗਲਾ ਪੈਸਾ ਜਾਰੀ ਕਰਨ ਦਾ ਆਪੇ ਤੇ ਖਰਚਾ ਕੀਤਾ। ਆਹੋ, ਇਹਨਾਂ ਨੇ ਕਿਉਂ ਨਹੀਂ ਵੇਖਿਆ ਉਹਨਾਂ ਦੇ ਉੱਤੇ? ਹੁਣ ਸਾਰੇ ਇੱਕ ਦੂਜੇ ਤੇ ਆਰੋਪ ਲਾਈ ਜਾ ਰਹੇ ਆ ਵੀ ਉਹਨੇ ਗੰਦ ਕੀਤਾ ਤੇ ਉਹਦੇ ਸਾਨੂੰ ਨਹੀਂ। ਹੁਣ ਦਿੱਲੀ ਦੀ ਚਲੋ ਉਹਨਾਂ ਨੇ ਵਿਕਾਸ ਕਰਾਉਣ ਵਾਸਤੇ ਚਲੋ ਆਪਨੇ ਨਹੀਂ ਪੈਸੇ ਦਿੱਤੇ ਤੁਹਾਨੂੰ, ਤੁਹਾਡੀ ਮਾਲੀ, ਤੇ ਜਿਹੜੀ ਸਰਕਾਰ ਦਿੱਲੀ ਦੇ MCD ਨੂੰ ਕਲੈਕਸ਼ਨ ਆਉਂਦੀ ਆ ਉਹ ਕਿੱਥੇ ਗਈ? ਤੇ ਤੁਹਾਨੂੰ ਕੂੜਾ ਚੁੱਕਣ ਤੋਂ ਮੈਨੂੰ ਮਨਾ ਕਰਦਾ ਵੀ ਕੂੜੇ ਨਾ ਚੁੱਕੋ, ਕੂੜੇ ਦੇ ਢੇਰ ਲਵਾ ਦਿਓ। ਕੂੜੇ ਦੇ ਢੇਰ ਤੇ ਨਹੀਂ ਨਾ ਕੋਈ ਕਹਿੰਦਾ ਲਾ ਦਿਓ, ਜਨਤਾ ਤੇ ਪਰੇਸ਼ਾਨ ਆ ਅੱਗੇ ਜੀ ਇਹਦੇ ਸਾਰਾ ਨੁਕਸਾਨ ਤਾਂ ਜਨਤਾ ਦਾ ਹੁੰਦਾ ਨਾ ਜੀ। ਲੀਡਰ ਤੇ ਆਪਣੇ ਘਰ ਵੀ ਸਾਫ਼ ਕਰਾ ਲੈਂਦੇ ਨੇ ਤੇ ਬਾਹਰ ਵੀ ਉਹਨਾਂ ਦੇ ਐ ਸਾਫ਼ ਸਫਾਈ ਹੁੰਦੀ ਹੈ। ਲੀਡਰਾਂ ਨੇ ਕਿਤੇ ਲੰਘਣਾ ਹੈ, ਟ੍ਰੈਫਿਕ ਪਹਿਲੇ ਕਲੀਅਰ ਕਰਾ ਦਿੰਦੇ ਆ। ਸਰਕਾਰੀ ਹਸਪਤਾਲ 'ਚ ਸਫਾਈ ਹੋਵੇ ਨਾ ਹੋਵੇ, ਇੱਥੋਂ 2 ਮੁਲਾਜ਼ਮ ਜਾਂਦੇ ਰਹੇ ਲੋਕਾਂ ਦੇ ਘਰਾਂ 'ਚ ਕੰਮ ਕਰਨ ਵਾਸਤੇ। ਅਭੀ ਚਲੋ ਕੇਜਰੀਵਾਲ ਸਾਹਿਬ ਨੂੰ ਵੀ ਦੇਖੋ ਹੈਗਾ ਨਾ ਵੀ ਸਿਰਫ ਬਿਆਨਬਾਜ਼ੀ ਕਰਨਾ ਕੁਝ ਨਹੀਂ ਹੋਣਾ, ਵੀ ਜਿਹੜੇ ਪੈਸੇ ਤੁਸੀਂ ਦਿੱਤੇ ਉਹਦਾ ਹਿਸਾਬ ਮੰਗੋ, ਨਹੀਂ ਦਿੰਦੇ ਹਿਸਾਬ ਤੇ ਪਰਚਾ ਦਰਜ ਕਰਾਓ ਜਿਹਨੂੰ ਵੀ ਪੈਸੇ ਦਿੱਤੇ ਆ। ਦਿੱਲੀ ਦੇ BJP ਲੀਡਰ ਆ ਸ਼ਹਿਜਾਦ ਪੁਣੇਵਾਲਾ, ਉਹਨਾਂ ਨੇ ਕਿਹਾ ਵੀ ਵੇਖੋ ਦਿੱਲੀ ਦੀ ਸਰਕਾਰ ਕਿੱਦਾਂ ਦੀ, ਉਹਨਾਂ ਵੀਡੀਓ ਇੱਕ ਜਾਰੀ ਕੀਤੀ 57 ਜਣਾਂ ਦੀ, ਉਹ ਜਿਹੜੇ ਜੇਲ੍ਹ ਸੁਪਰਡੈਂਟ ਸਸਪੈਂਡ ਕੀਤੇ ਹੋਏ ਆ ਉਹਨਾਂ ਨੂੰ ਮਿਲ ਰਹੇ ਆ। ਹਾਂ, ਅੱਜ ਮੈਂ ਪੜ੍ਹ ਰਿਹਾ ਸੀ, ਅੱਜ ਸਿੱਖ ਹੈਗੀ। ਉਹ ਆਂਦੇ ਵੇਖੋ ਵੀ ਨਵਾਬੀ ਮਸਾਜ, ਇੱਕ ਉਹ ਬੰਦੇ ਕੋ ਜਿਹਨੇ ਇੱਕ ਨਾਬਾਲਗ ਦਾ ਰੇਪ ਕੀਤਾ ਉਹਦੇ ਕੋਲ ਮਸਾਜ ਕਰਾਉਣ ਵਾਲੇ, ਸੁੱਖੇ ਮੇਵਾ ਖਾਣ ਵਾਲੇ, ਇਹ ਆਂਦਾ ਆਪਦੀ ਹੈਗੀ ਆ ਸਰਕਾਰ, ਇਮਾਨਦਾਰ ਸਰਕਾਰ। ਉਹ ਆਂਦੇ ਕਿ ਹੁਣ ਵੀ ਕੇਜਰੀਵਾਲ ਜੀ ਇੱਥੇ ਐਕਸ਼ਨ ਲੈਣਗੇ ਕਿ ਨਹੀਂ, ਇਹਨਾਂ ਨੂੰ ਆਪਣੀ ਮੰਤਰੀ ਮੰਡਲ ਚੋਂ ਕੱਢਣਗੇ ਕਿ ਨਹੀਂ ਕੱਢਣਗੇ। ਇਹ ਵੇਖੋ ਇੱਕ ਦੂਜੇ ਤੇ ਰੋਪ ਬਹੁਤ ਲੱਗ ਰਹੇ ਆ ਵੀ ਆਂਦੇ ਨਾਬਾਲਗ ਨਾਲ ਦੁਸ਼ਕਰਮ ਕਰਨ ਵਾਲੇ ਕੋ ਇੱਕ ਗੱਲ ਤੇ ਦੇਖੋ ਸਾਫ਼ ਹੈ ਇਹਦੇ ਤੇ, ਅਸੀਂ ਦੇਖੋ ਜੋੜੇ ਆ ਵੀ ਇਹ ਲੀਡਰ ਸੱਤਾ ਪਕਸ਼ ਦਾ ਹੋਵੇ ਚਾਹੇ ਵਿਪਕਸ਼ ਦਾ ਹੋਵੇ, ਇਹਨਾਂ ਨੂੰ ਸਭ ਨੂੰ ਪਤਾ ਵੀ ਕੌਣ ਕੀ ਕਰਨ ਡਿਆ, ਪਰ ਇਹ ਚੁੱਪ ਬੈਠੇ ਰਹਿੰਦੇ ਆ, ਜਾਂ ਤੇ ਹਿਸਾਬ ਮੰਗਦੇ ਲੈਂਦੇ ਰਹਿੰਦੇ ਆਪਣਾ ਤਾਂ ਚੁੱਪ ਰਹਿੰਦੇ ਆ, ਤੇ ਜਾਂ ਇਹ ਵੇਖਦੇ ਆ ਵੀ ਮੌਕੇ ਦੀ ਭਾਲ 'ਚ ਰਹਿੰਦੇ ਵੀ ਇਲੈਕਸ਼ਨ ਆਉਣਗੇ ਤੇ ਫੇਰ ਗੱਲ ਕਰਾਂਗੇ। ਗੱਲ ਤੇ ਇਹ ਨਾ ਵੀ ਮੌਕੇ ਦੀ ਭਾਲ 'ਚ ਹੀ ਰਹਿੰਦੇ ਆ, ਜਾਂ ਫਿਰ ਇਹ ਕਰਦੇ ਵੀ ਇਹ 5 ਸਾਲ ਹੀ ਨਾ ਕਰ ਲਿਆ, 5 ਸਾਲ ਆਹੀ ਕੀਤਾ, 5 ਸਾਲ ਤੀ ਹੀ ਲੁੱਟੋ, ਵਾਰੀਆਂ ਵੱਡੀਆਂ ਸੀ, ਇਸ ਕਰਕੇ ਲੋਕਾਂ ਨੇ ਆਪ ਨੂੰ ਚੁਣਿਆ ਵੀ ਜਿਹੜਾ ਵਾਰੀਅਲ ਸਿਸਟਮ ਹੈਗਾ ਇੱਕ ਦੂਜੇ ਤੇ ਐਕਸ਼ਨ ਨਹੀਂ ਲੈਂਦੇ ਤੇ ਇਹਨਾਂ ਤੇ ਐਕਸ਼ਨ ਲਓ। ਤੇ ਭਗਵੰਤ ਮਾਨ ਸਰਕਾਰ ਆਪਣੇ ਇਸ ਕੰਮ ਦੇ ਵਿੱਚ ਤੇ ਕਰਪਸ਼ਨ ਦੇ ਕੇਸ ਤੇ ਖਰੀ ਉਤਰਨ ਦੀ ਆ। ਅਰਗੇ ਜੀ, ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ ਤੇ ਸੈਂਟਰਲ ਮਿਨਿਸਟਰ ਨੇ ਕਾਨੂੰਨ ਮੰਤਰੀ ਕਿਰਨ ਰਿਜੀਜੂ ਇੱਕ ਦੂਜੇ ਤੇ ਤਿਲਕ ਟਿੱਪਣੀਆਂ ਕੀਤੀਆਂ ਇਹਨਾਂ ਨੇ ਵੀ ਕਿਆ ਥੋੜਾ ਮਾਮਲਾ ਵੇਖੋ ਜੀ, ਜਿਹੜੇ ਯੂਨੀਅਨ ਲਾ ਮਿਨਿਸਟਰ ਹੈਗੇ ਕਿਰਨ ਰਿਜੀਜੂ, ਉਹਨਾਂ ਨੇ ਕਿਹਾ ਵੀ ਜਿਹੜਾ ਕੋਰਟਾਂ ਦਾ ਕੰਮ ਹੁੰਦਾ ਨਾ, ਜੱਜਮੈਂਟ ਦੇਣੀ ਹੁੰਦੀਆਂ, ਆਬਜ਼ਰਵੇਸ਼ਨਾਂ ਕਰਨੀਆਂ ਨਹੀਂ ਹੁੰਦੀਆਂ ਜੀ, ਵੀ ਐਵੇਂ ਸਰਕਾਰ ਤੇ ਸਵਾਲ ਠਾਣੇ ਇਹ ਨਹੀਂ ਠੀਕ ਹੁੰਦੇ, ਜੱਜਮੈਂਟ ਦਿਓ ਦੀ ਜਿਹੜੀ ਦੇਣੀ ਆ।
ਤੁਹਾਨੂੰ ਪਤਾ ਅਰੁਣ ਗੋਇਲ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਲਾਏ ਆ, ਬੜੀ ਤੇਜ਼ੀ ਨਾਲ ਇੱਕ ਦਿਨ 'ਚ ਹੀ ਉਹਨਾਂ ਨੇ ਅਪਲਾਈ ਕੀਤਾ, ਇੱਕ ਦਿਨ 'ਚ ਹੀ ਉਹਨਾਂ ਦੀ ਸਿਲੈਕਸ਼ਨ ਹੋ ਗਈ, ਇੱਕ ਦਿਨ 'ਚ ਹੀ ਅਪਰੂਵਲ ਦੇ ਦਿੱਤੀ ਪ੍ਰਾਈਮ ਮਿਨਿਸਟਰ ਸਾਹਿਬ ਨੇ। ਉਹ ਕਹਿੰਦੇ ਬਿਜਲੀ ਦੀ ਤੇਜ਼ੀ ਨਾਲ ਕੰਮ ਕਿੱਦਾਂ ਆਇਆ, ਤੇ ਉਹ ਤੋਂ ਨਾਰਾਜ਼ ਆ ਕਹਿੰਦੇ ਤੁਸੀਂ ਕੋਰਟ ਦੀਆਂ ਟਿੱਪਣੀਆਂ ਤੋਂ। ਆਂਦੇ ਵੀ ਜਿਹੜੇ ਜੱਜ ਸਾਹਿਬ ਹੁੰਦੇ ਆ ਇਹਨਾਂ ਨੂੰ ਟਿੱਪਣੀਆਂ ਨਹੀਂ ਦੇਣੀ ਚਾਹੀਦੀ, ਜਜਮੈਂਟ ਦੇਣੀ ਚਾਹੀਦੀ ਆ। ਅਵੇ ਇਹਦੇ ਨਾਲ ਸਾਖ ਦਾ ਖਰਾਬ ਹੋ ਜੇ ਗਿਆ। ਤੁਸੀਂ ਸਰਕਾਰ ਤੇ ਇਦਾਂ ਸੋ ਤਾਂ ਤੁਹਾਨੂੰ ਵੀ ਲੋਕ ਪੁੱਛਣਗੇ। ਜਿੱਦਾਂ ਉਹਨਾਂ ਨੇ ਸਰਕਾਰ ਨੂੰ ਪੁੱਛਿਆ ਸੀ ਵੀ 40 ਬੰਦਿਆਂ ਨੇ ਅਪਲਾਈ ਕੀਤਾ, 30-36 ਕੱਢਦੇ, 4 ਦੀ ਸ਼ੋਰਟ ਲਿਸਟ, 4 ਚੋਂ ਇੱਕ ਕਿੱਦਾਂ ਚੁਣ ਲਿਆ। ਆਂਦੇ ਫਿਰ ਲੋਕ ਤੁਹਾਨੂੰ ਵੀ ਪੁੱਛਣਗੇ ਕਿ 30 ਕਲੇਜੀਅਮ ਦੇ ਵਿੱਚ ਇੱਕ ਜੱਜ ਕਿੱਦਾਂ ਚੁਣ ਲੈਂਦੇ ਜੇ। ਉਹ ਆਂਦੇ ਵੀ ਤੁਹਾਨੂੰ ਵੇਖੋ ਨਾ, ਕਾਰਿਆਪਾਲਿਕਾ ਤੇ ਨਿਆਂਪਾਲਿਕਾ ਦੀ ਲੜਾਈ ਚੰਗੀ ਨਹੀਂ ਹੁੰਦੀ। ਇਹ ਲੜਾਈ ਹੋ ਗਈ ਆਪਸ ਵਿੱਚ। ਇਹੋ ਹੀ ਕਿਰਨ ਰਿਜੀਜੂ ਨੇ ਕਿਹਾ ਵੀ ਕਾਰਿਆਪਾਲਿਕਾ ਤੇ ਨਿਆਂਪਾਲਿਕਾ ਇੱਕੋ ਮਾਂ ਦੇ ਦੋ ਬੱਚੇ ਹੈ ਤੇ ਆਪਸ ਵਿੱਚ ਟਕਰਾਵ ਚੰਗਾ ਨਹੀਂ, ਵੀ ਕਾਫੀ ਕੰਮ ਕਰੋ। ਹੁਣ ਸੰਵਿਧਾਨ ਦਿਵਸ ਦੀ ਪੂਰਵ ਸੰਧਿਆ ਦੇ ਡੀਵਾਈ ਚੰਦਰਚੂੜ ਕਿਰਨ ਰਿਜੀਜੂ ਦੀ ਹਾਜ਼ਰੀ 'ਚ ਬੋਲਦੇ ਆ। ਆਂਦੇ ਵੀ ਲੋਕਤੰਤਰ 'ਚ ਕੋਈ ਵੀ ਜਿਹੜੀ ਸੰਸਥਾ ਨਾ ਪਰਫੈਕਟ ਨਹੀਂ ਹੁੰਦੀ। ਆਂਦੇ ਵੀ ਜਿਹੜਾ ਸੰਵਿਧਾਨ ਦਿਵਸ ਦੀ ਸੰਧਿਆ ਕਹਿੰਦੇ ਆ ਵੀ ਇਹਦੇ ਕਿਹੜਾ ਕਲੇਰੀਅਨ ਸਿਸਟਮ ਦੀ ਆਲੋਚਨਾ ਉਹ ਠੀਕ ਨਹੀਂ ਹੈਗੀ। PIL ਪਾਉਣ ਨਾਲ ਸਾਰਾ ਕੰਮ ਨਹੀਂ ਮੁਕਣਾ। ਸਾਡਾ ਅਸੀਂ ਜਿੰਨੇ ਹੈਗੇ ਆ, ਅਸੀਂ ਸੰਵਿਧਾਨ ਦੇ ਜੱਜ ਜਿੰਨੇ ਆ, ਸਿਪਾਹੀ ਆ ਸੰਵਿਧਾਨ ਦੇ। ਸਾਡਾ ਕੰਮ ਆ ਲੋਕਾਂ ਨੂੰ ਨਿਆਂ ਦੇਣਾ। ਜਿੰਨ ਚਿਰ ਲੋਕਾਂ ਨੂੰ ਪੂਰਾ ਨਿਆਂ ਨਹੀਂ ਮਿਲਦਾ ਉਨ ਚਿਰ ਤੱਕ ਸਾਡਾ ਮਕਸਦ ਪੂਰਾ ਨਹੀਂ ਹੁੰਦਾ। ਤੇ ਬਾਕੀ ਕੋਈ ਵੀ ਜਿਹੜਾ ਸਿਸਟਮ ਸੰਸਥਾ ਹੈਗੀ ਪਰਫੈਕਟ ਨਹੀਂ ਹੁੰਦੀ। ਪਰ ਦੇਖੋ ਰੋਪ ਪ੍ਰਤਿਆਰੋਪ ਤੇ ਲੱਗਣ ਲੱਗ ਪਏ ਨਾ ਆਪਸ ਦੇ ਵਿੱਚ, ਚੰਗੀ ਗੱਲ ਹੈ। ਇਹ ਦੇਖਿਓ ਕੇਸ ਜੀ, ਬਹੁਤ ਸਾਰੇ ਐਸੇ ਕਾਨੂੰਨ ਹੈ ਜਿਹੜੇ ਅੰਗਰੇਜ਼ਾਂ ਦੇ ਸਮੇਂ ਦੇ ਬੁਲਾਏ। ਮੈਂ ਤੇ ਇਹ ਚਾਹੂੰਗਾ ਵੀ ਸਰਕਾਰਾਂ ਨੂੰ ਤੇ ਮਾਨਯੋਗ ਸੁਪਰੀਮ ਕੋਰਟ ਦੇ ਜੱਜਾਂ ਨੂੰ ਇਹਦੇ ਤੇ ਵੀ ਕੋਈ ਇੱਕ ਬਹਿਸ ਕਰਨੀ ਚਾਹੀਦੀ। ਮੈਂ ਕਿਤੇ ਪੜ੍ਹ ਰਿਹਾ ਸੀ ਵੀ ਕਹਿੰਦੇ ਵੀ ਜਦੋਂ ਕਿਤੇ ਕਾਨੂੰਨ ਬਣਨਾ ਹੁੰਦਾ ਨਾ ਦੂਸਰੇ ਡਿਵੈਲਪਡ ਕੰਟਰੀਆਂ ਦੇ, ਉਹ ਲੋਕਾਂ ਦੀ ਰਾਏ ਵੀ ਲੈਂਦੇ ਆ ਵੀ ਕਿਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਣ। ਦੇਖੋ ਕਾਨੂੰਨ ਤਾਂ ਬਣੇ 100 ਸਾਲ ਪੁਰਾਣੇ, ਉਦੋਂ ਸਮੇਂ ਦੀ ਡਿਮਾਂਡ ਕੁਝ ਹੋਰ ਸੀ। ਉਦੋਂ ਆਬਾਦੀ ਕਿੰਨੀ ਸੀ, ਅੱਜ ਆਬਾਦੀ ਸਾਈ 140 ਕਰੋੜ ਹੋ ਗਏ। ਜਦੋਂ ਦੇਸ਼ ਆਜ਼ਾਦ ਹੋਇਆ ਸੀ ਉਦੋਂ 33 ਕਰੋੜ ਸਾਂ ਸਾਰੇ। ਤੇ ਇਸ ਕਰਕੇ ਜਿਹੜੇ ਬਦਲਾਵ ਤਾਂ ਕਿ ਲੋਕਾਂ ਨੂੰ ਜਸਟਿਸ ਤਾਂ ਮਿਲੇ ਨਾ। ਲੋਕ ਦੇ ਖੱਜਲ ਖਰਾਬ ਆਪਣੀ ਜ਼ਿੰਦਗੀ ਲਾ ਦਿੰਦੇ ਇੱਕ ਪੂਰੀ ਵੀ ਇਨਸਾਫ ਲੈਣ ਵਾਸਤੇ। ਡਾਰੀ ਸਾਹਿਬ ਇੱਥੇ ਲੋਕਾਂ ਦੀ ਵੈਲਿਊ ਸਿਰਫ ਇਲੈਕਸ਼ਨ ਦੇ ਵਾਲੇ ਦਿਨ ਵੋਟਾਂ ਦੇ 10-15 ਦਿਨ ਹੀ ਹੁੰਦੀ। ਇੱਦਾਂ ਕੋਈ ਨਹੀਂ ਕੀੜੇ ਮਕੌੜੇ ਸਮਝਦੇ। ਪਹਿਲਾਂ ਆਪ ਵਾਲਿਆਂ ਨੇ ਕੈਂਡੀਡੇਟ ਤੈਅ ਕਰਨਾ ਹੁੰਦੇ, ਲੋਕਾਂ ਕੋਲ ਪੁੱਛਦੇ ਸੀ। ਹੁਣ ਵੇਖ ਲਓ ਇੱਥੇ ਪੰਜਾਬ 'ਚ ਕਿਤੇ ਕੋਈ ਪੁੱਛਿਆ ਕਿਸੇ ਨੂੰ ਨਾ, ਉਹ ਤੇ ਆਪੇ ਜਿਹਨੂੰ ਮਤੀ ਦੇਤਾ ਕੈਂਡੀਡੇਟ ਦੇਤਾ। ਬੜੇ ਟਿਕਟਾਂ ਵਿਕਣ ਦੇ ਰੋਪ ਵੀ ਲੱਗੇ ਸੀ, ਪਤਾ ਨਹੀਂ ਸੱਚ ਸੀ ਕਿ ਝੂਠ ਸੀ। ਹੁਣ ਨਹੀਂ ਦੂਜੀਆਂ ਪਾਰਟੀਆਂ ਲਾਉਂਦੀਆਂ, ਜਿਹੜੇ ਇਹਨਾਂ ਦੇ ਬੰਦਿਆਂ ਨੂੰ ਟਿਕਟ ਨਹੀਂ ਮਿਲਦੀ ਉਹ ਵੀ ਰੋਪ ਲਾਉਂਦੇ ਵੀ ਜਿਹੜੇ ਕੱਲ੍ਹ ਆਏ ਤੁਹਾਡੇ ਕੋਲ ਦੂਜਿਆਂ ਦੇ ਵਿੱਚ ਚੁਣ ਕੇ ਦੀ ਉਹਨਾਂ ਨੇ ਟਿਕਟ ਦੇ ਦਿੱਤੀ ਆ ਤੇ ਅਸੀਂ ਪਾਰਟੀ ਦੇ ਸੰਸਥਾਪਕ ਵਰਕਰਾਂ 'ਚ ਉਹਨਾਂ ਨੂੰ ਮਿਲ ਨਹੀਂ ਰਹੀ। ਬਿਲਕੁਲ ਇਹ ਸਾਰੀਆਂ ਜਿਹੜੀਆਂ ਗੱਲਾਂ ਵੀ ਉਹਦਾ ਪਰ ਨੁਕਸਾਨ ਤੇ ਆਮ ਜਨਤਾ ਦਾ ਹੁੰਦਾ ਨਾ, ਜਿਹਨਾਂ ਲੀਡਰਾਂ ਤੋਂ ਕੋਈ ਫਰਕ ਨਹੀਂ ਪੈਂਦਾ। ਲੀਡਰਾਂ ਲੀਡਰੀ ਕਰਨੀ ਆ, ਕਿਸੇ ਨੇ ਮੰਤਰੀ ਬਣ ਜਾਣਾ, ਕਿਸੇ ਨੇ MLA ਬਣ ਜਾਣਾ, ਤਮਾਮ ਸੁੱਖ ਸੁਵਿਧਾਵਾਂ ਲੈਣੀਆਂ। ਇਹ ਆ ਵੀ ਅਸੀਂ ਆਮ ਨਾਗਰਿਕਾਂ, ਜਨਤਾ ਦੇ ਸੇਵਕ ਹਾਂ। ਤੇ ਜਨਤਾ ਨੂੰ ਤਾਂ ਤੁਹਾਡੀ ਗੱਲ ਠੀਕ ਆ ਵੀ ਕੀੜੇ ਮਕੌੜੇ ਸਮਝਦੇ ਨੇ। ਕਿ ਇਹਦੀ ਗੱਲ ਕਰਾਂਗੇ ਵੀ ਟ੍ਰੈਫਿਕ ਦੀ ਜਿਹੜੀ ਬੁਰੀ ਹਾਲਤ ਹੋ ਗਈ ਹੈ ਅੰਮ੍ਰਿਤਸਰ ਦੀ, ਜੇ ਅਸੀਂ ਖਾਸ ਗੱਲ ਕਰੀਏ ਵੀ ਇੱਕ ਰੀਗੋ ਬ੍ਰਿਜ 100 ਸਾਲ ਪੁਰਾਣਾ ਹੈ। ਹੁਣ ਉਹਦੇ ਤੇ ਇਹਨਾਂ ਨੇ ਇੱਕ ਹੈਵੀ ਟ੍ਰੈਫਿਕ ਜਿਹੜੀ ਉਹ ਕੱਢਣ ਤੋਂ ਪਾਬੰਦੀ ਲਾਤੀ। ਤੇ ਅਸੀਂ ਇਹ ਹਰ ਸਾਲ ਜਿਹੜੇ ਵਾਹੀਕਲ ਵਧ ਹੀ ਜਾ ਰਹੇ ਆ ਵੀ ਸੜਕਾਂ ਹੋਈ ਨੇ, ਕੋਈ ਇਹਨਾਂ ਕੋਲ ਪਲਾਨਿੰਗ ਨਹੀਂ, ਕੋਈ ਕੁਛ ਨਹੀਂ ਵੀ ਜਨਤਾ ਮਰਦੀ ਮਰ ਜਾਵੇ। ਫਾਟਕਾਂ ਤੇ ਲੋਕ ਖਲੋਤੇ ਰਹਿੰਦੇ 1.5 ਘੰਟਾ, ਗਾਲਾਂ ਕੱਢਦੇ। ਇਹ ਨਹੀਂ ਵੀ ਕੱਢਦੇ ਨਹੀਂ, ਬੋਲਦੇ ਸਰਕਾਰਾਂ ਨੂੰ, ਪਰ ਮਨ 'ਚ ਕੁੱਟਦੇ ਵੀ ਰਹਿੰਦੇ ਆ। ਪਰ ਲੋਕ ਕਹਿੰਦੇ ਵੀ ਅਸੀਂ ਕਰੀਏ ਤੇ ਕਰੀਏ ਕੀ। ਪ੍ਰਧਾਨੀ ਸਾਹਿਬ ਇਹਦੇ ਵਾਸਤੇ ਸਰਕਾਰ, ਜਨਤਾ ਤੇ ਪੁਲਿਸ ਤਿੰਨੇ ਜ਼ਿੰਮੇਵਾਰ ਆ। ਜਿੱਦਾਂ ਤੁਹਾਡੇ ਪੁਤਲੀ ਘਰ ਆ, ਵੇਖੋ ਆ ਹੈਗਾ ਇੱਥੇ ਫਾਟਕ, ਬੜਾ ਜਾਮ ਲੱਗਦਾ। ਸਰਕਾਰ ਨੂੰ ਚਾਹੀਦਾ ਇੱਥੇ ਫਲਾਈਓਵਰ ਬਣਾ ਦੇ। ਇੱਦਾਂ ਜੋੜੇ ਫਾਟਕ ਨਹੀਂ ਬਣਾਇਆ ਜੀ, ਫਾਟਕ ਬੰਦ ਵੀ ਹੋਣ ਥੱਲੋਂ ਅੰਡਰਪਾਥ ਕੋਈ ਬਣਾ ਦੇਣਾ ਚਾਹੀਦਾ। ਕੋਈ ਨਾ ਕੋਈ ਕੰਮ ਤਰੀਕਾ ਕਰਨ ਵੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਹੁਣ ਤੁਸੀਂ ਵੇਖੋ ਵੀ ਸੜਕਾਂ ਤੇ ਓਡੀਆਂ ਜਨਤਾ ਕਿੰਨੀ ਵੱਧ ਗਈ। ਹੁਣ ਪਿਛਲੇ 50 ਸਾਲਾਂ 'ਚ ਨਹੀਂ ਸੜਕਾਂ ਘਟ ਗਈਆਂ ਜੀ, ਸੜਕਾਂ ਘਟ ਗਈਆਂ। ਲੋਕਾਂ ਨੇ ਕਬਜ਼ੇ ਬੜੇ ਕਰ ਲਏ ਆ। ਨਹੀਂ ਘਟ ਗਈਆਂ। 538 ਫੜੀ ਗਈ, 538 34.57 ਲੱਖ ਨਵੀਂ ਗੱਡੀ ਆ ਗਈ ਪਿਛਲੇ 50 ਸਾਲਾਂ ਦੇ ਵਿੱਚ। 54 ਲੱਖ ਗੱਡੀ ਨਵੀਂ ਸ਼ਾਇਦ ਹੋਈ ਹੈ। ਪੰਜਾਬ ਦੀ ਗੱਲ ਕਰ ਰਹੇ ਹਾਂ। ਹਾਂ ਉਹ ਵੇਖੋ ਇੰਨੀ ਗੱਡੀ ਜਦੋਂ ਸਾਰੇ ਇੰਡੀਆ 'ਚ ਨਵੀਂ ਆ ਗਈ। ਪੰਜਾਬ 'ਚ ਹਾਂ ਚਲੋ ਪੰਜਾਬ 'ਚ ਲਾ ਲਓ, ਇੰਨੀ ਆ ਗਈ ਗੱਡੀ ਨਵੀਂ ਤੇ ਚੱਲਣੀ ਤਾਂ ਉਸੇ ਸੜਕਾਂ 'ਤੇ ਆ ਨਾ ਜਿੱਥੇ ਪਹਿਲੀਆਂ ਗੱਡੀਆਂ ਚੱਲਣ ਦਾ ਰਾਹ ਨਹੀਂ ਹੈਗੀ। ਤੇ ਹੁਣ ਇਹ ਜਿਹੜੇ ਪਹਿਲੀ ਤਿਮਾਹੀ ਦੇ ਵਿੱਚ ਆ ਇਸ ਸਾਲ ਦੀ 9574 ਹਾਦਸੇ ਹੋਏ ਆ, ਐਕਸੀਡੈਂਟ ਜਿਹੜੇ ਹੋਏ ਆ ਆਪਣੇ ਪੰਜਾਬ ਦੇ ਵਿੱਚ। ਬਹੁਤ ਸਾਰੀਆਂ ਮੌਤਾਂ ਹੋ ਗਈਆਂ। ਹਾਂ ਬਹੁਤ ਸਾਰੀਆਂ ਮੌਤਾਂ ਵੀ ਹੁੰਦੀਆਂ ਤੇ ਬਹੁਤ ਸਾਰੇ ਵਿਕਲਾਂਗ 480 ਬਲੈਕ ਸਪੋਟ ਆ ਇੱਥੇ, ਜਿੱਥੇ ਨੇ ਵਾਹ ਮੋੜ ਹੈਗੇ ਆ, ਜਿਹਨਾਂ ਨੇ ਮੋੜ ਕਹਿੰਦੇ ਆ ਵੀ ਜਿੱਥੇ ਬੜੇ ਐਕਸੀਡੈਂਟ ਹੁੰਦੇ। ਸਰਕਾਰਾਂ ਨੇ ਧਿਆਨ ਰੱਖਣਾ ਚਾਹੀਦਾ। ਹੁਣ ਟ੍ਰੈਫਿਕ ਪੁਲਿਸ ਕੀ ਕਰਦੀ ਆ, ਨੁਕਰੇ ਹੋ ਕੇ ਜਾਂ ਤੇ ਫੋਨ ਸੁਣਨ ਦੇ ਹੁੰਦੇ ਆ, ਹਾਂਜੀ, ਜਾਂ ਚਲਾਨ ਕਰਨ ਦੇ ਹੁੰਦੇ ਆ, ਜਾਂ ਕੋ ਆਪਣਾ ਗਾਹਕ ਕੋ ਵੱਜਣ ਦੇ ਹੁੰਦੇ ਆ। ਚਲੋ ਉਹਨਾਂ ਵੀ ਕਿੱਲੇ ਕੁੱਲੇ ਖੜਨੇ ਹੁੰਦੇ ਆ,
ਕਈ ਸਾਰੇ ਨਹੀਂ ਇਦਾਂ ਦੇ, ਕਈ ਬੰਦੇ ਜੀ ਇਦਾਂ ਦੇ ਹੈਗੇ ਆ। ਇਹ ਟ੍ਰੈਫਿਕ ਚ ਵੱਲ ਸੁਚਾਰੂ ਕਰਨ ਵਾਸਤੇ ਵੱਲ ਤੇ ਇਹਨਾਂ ਦਾ ਧਿਆਨ ਹੀ ਨਹੀਂ ਹੁੰਦਾ, ਇਹਨਾਂ ਦਾ ਧਿਆਨ ਤੇ ਆਪਣੇ ਕੰਮਾਂ ਵੱਲ ਹੁੰਦਾ। ਹੁਣ ਸਰਕਾਰ ਨੂੰ ਚਾਹੀਦਾ ਕੋਈ ਪਲਾਨ ਬਣਾਉਣ, ਕੋਈ ਫਲਾਈਓਵਰ ਬਣਾਉਣ, ਹਾਦਸੇ ਘਟਣ, ਤੇ ਲੋਕਾਂ ਨੂੰ ਵੀ ਚਾਹੀਦਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਲੋਕੀ ਵੀ ਰੋਡਵੇ ਜਾ ਕੇ ਬੜਾ ਖੁਸ਼ ਜੇ, ਔਰ ਬੱਸਾਂ ਵਾਸਤੇ ਰਸਤਾ ਬਣਾਇਆ ਨਾ ਵਿੱਚ, ਵੇਖ ਲਓ ਚ ਗੱਡੀਆਂ ਸ਼ਰੇਆਮ ਚੱਲਣ ਡੀਆਂ ਜੇ, ਨਾ ਬੱਸਾਂ ਨੂੰ ਮਿਲੇ ਨਾ ਕਿਸੇ ਨਾਲ ਮਿਲੇ। ਸਰਕਾਰ ਨੂੰ ਚਾਹੀਦਾ ਉੱਥੇ ਟੈਂਪੂ ਚਲਾ ਦੇਣ। ਆ ਵੀ ਦੇਖੋ ਟ੍ਰੈਫਿਕ ਸਮੱਸਿਆ ਘਟ ਜੂਗੀ। ਮੈਂ ਤੇ ਇੱਕ ਵੀ ਸੁਝਾਅ ਦੇਣਾ ਵੀ ਸਰਕਾਰ ਨੂੰ ਵੀ ਜੇ ਤੁਹਾਡੇ ਕੋਲ ਪੁਲ ਬਣਾਉਣ ਨੂੰ ਪੈਸੇ ਨਹੀਂ ਹੈਗੇ ਤੇ ਪ੍ਰਾਈਵੇਟ ਕੰਪਨੀਆਂ ਨੂੰ ਕਰੋ ਤੇ ਜਨਤਾ ਤੇ ਟੈਕਸ ਲਾ ਦਿਓ, ਤੇ ਟੈਕਸ ਤੁਸੀਂ ਪਹਿਲੇ ਕਿਹੜਾ ਲਾਣ ਲੱਗਿਆ ਅੱਜ ਤਾਂ ਟੋਲ ਟੈਕਸ ਲਾਏ ਉਹਨਾਂ ਪੁੱਲ ਬਣਾਉਣ ਨੂੰ ਦੇ ਤੇ ਉਹਨਾਂ ਬਣਾ ਦੇਣਾ। ਅਬ ਜਿਹੜਾ ਪੁਲ ਇੱਥੇ ਬਣਨਾ ਉਹਨਾਂ ਕੋ ਵੀ ਭਾਈ ਟੈਕਸ ਲਾ ਲਓ। ਕਮ ਸੇ ਕਮ ਲੋਕ ਜਿਹੜੀ ਕਿੰਨੇ ਘੰਟੇ ਉਹਨਾਂ ਦੇ ਬਰਬਾਦ ਹੁੰਦੇ, ਗੱਡੀਆਂ ਦਾ ਤੇਲ ਫੁੱਕਦਾ, ਸਮਾਂ ਉਹਨਾਂ ਦਾ ਬਰਬਾਦ ਹੁੰਦਾ, ਉਹ ਦੇਖੋ ਵਧਣਗੇ। ਭੰਡਾਰੀ ਸਾਹਿਬ ਉਹ ਬੰਦੇ ਅੰਗਰੇਜ਼ ਕਿੰਨੇ ਇਮਾਨਦਾਰ ਸੀ, ਉਹਨਾਂ ਦਾ ਬਣਾਇਆ ਪੁੱਲ ਜਿਹੜੀ 50 ਸਾਲ ਮਰਿਆਦ ਸੀ, 100 ਸਾਲ ਤੋਂ ਉੱਤੇ ਹੋ ਗਿਆ ਚੱਲਣ ਡਿਆ। ਹਾਂ ਤੇ ਜੇ ਉਹ ਵੀ ਇਹਨਾਂ ਵਰਗੇ ਪੁੱਲ ਬਣਾਉਂਦੇ, ਜਿੱਦਾਂ ਮੋਰਬੀ ਤੇ ਹੋਇਆ ਤੇ ਉਹ ਹਾਦਸੇ ਹੋ ਗਏ ਤੇ 100 ਤੇ ਕਿੰਨੇ ਬੰਦੇ ਬਚੇ, ਮਰ ਗਏ, 60 ਤੋਂ ਵੱਧ ਬਚੇ ਹੀ। ਜੇ ਸਾਡੇ ਵਰਗੇ ਬੰਦੇ ਹੁੰਦੇ, ਉਹ ਰਿਸ਼ਵਤਖੋਰ ਹੁੰਦੇ, ਰਾਖਸ਼ ਹੁੰਦੇ, ਤੇ ਰਕਤ ਬੀਜ ਹੁੰਦੇ, ਉਹਨਾਂ ਵੀ ਇਹ ਕੰਮ ਕਰਨਾ ਸੀ। ਚਲੋ ਕੇਸ ਜੀ ਸਮਾਂ ਹੋ ਗਿਆ ਹੁਣ ਜਾਣ ਦਾ, ਪਰ ਜਾਣ ਤੋਂ ਪਹਿਲੇ ਇੱਕ ਵਾਰੀ ਅਸੀਂ ਜ਼ਰੂਰ ਕਵਾਂਗੇ ਵੀ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗਦਾ ਹੈ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ, ਕਮੈਂਟ ਜ਼ਰੂਰ ਕਰੋ, ਤਾਂ ਕਿ ਅਸੀਂ ਹਮੇਸ਼ਾ ਤੁਹਾਡੇ ਸਾਹਮਣੇ ਜਿਹੜੇ ਮੁੱਦੇ ਲੈ ਕੇ ਆਉਂਦੇ ਰਹੀਏ। ਇੱਕ ਹੋਰ ਬੇਨਤੀ ਆ ਵੀ ਸਾਡੇ ਜੇ ਤੁਹਾਨੂੰ ਚੰਗਾ ਲੱਗਦਾ ਤੇ ਇਹਨੂੰ ਸ਼ੇਅਰ ਵੀ ਕਰਿਆ ਕਰੋਗਾ। ਹਾਂ, ਨਮਸਕਾਰ, ਸਤਿ ਸ਼੍ਰੀ ਅਕਾਲ।